ਇਹ ਦੀਪਮਾਲਾ ਦਾ ਪੁਰਬ ਗੁਰੂ ਘਰ ਵਿੱਚ ਕਿਉਂ ਮਨਾਇਆ ਜਾਂਦਾ ਹੈ? ਕਿਉਂਕਿ ਅਜੋਕੇ ਸਮੇਂ ਦੇ ਅੰਦਰ ਸੋਸ਼ਲ ਮੀਡੀਆ ਦੁਆਰਾ ਜਾਂ ਹੋਰ ਕਈ ਤਰੀਕਿਆਂ ਨਾਲ ਸਿੱਖਾਂ ਨੂੰ ਇਹਨਾਂ ਪੁਰਬਾਂ ਦੇ ਨਾਲੋਂ ਤੋੜਨ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਦੀਪਮਾਲਾ ਨਾਲ ਸਿੱਖਾਂ ਦਾ ਕੋਈ ਸੰਬੰਧ ਨਹੀਂ। ਇਹ ਤਾਂ ਹਿੰਦੂ ਮਤ ਹੈ। ਫਿਰ ਉਹ ਇਹ ਵੀ ਸਿੱਧ ਕਰਦੇ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਅੰਮ੍ਰਿਤਸਰ ਸਾਹਿਬ ਆਏ ਸੀ ਉਦੋਂ ਦੀਵਾਲੀ ਨਹੀਂ ਸੀਗੀ। ਐਵੇਂ ਖਿੱਚ ਧੂ ਕੇ ਅਖੇ ਜੀ ਦੀਵਾਲੀ ਦੇ ਨਾਲ ਜੋੜਿਆ ਗਿਆ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਭਾਈ ਕਾਨ ਸਿੰਘ ਜੀ ਨਾਭਾ ਮਹਾਨ ਕੋਸ਼ ਵਿੱਚ ਲਿਖਦੇ ਹੈ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਗਵਾਲੀਅਰ ਤੋਂ ਮਹਾਰਾਜ ਆਏ ਸੀਗੇ, ਕਈ ਦਿਨ ਮਹਾਰਾਜ ਦਿੱਲੀ ਵੀ ਰੁਕੇ, ਮੰਜ਼ਲ ਦਰ ਮੰਜ਼ਲ ਪੈਂਡਾ ਕਰਦੇ ਹਜੂਰ ਅੰਮ੍ਰਿਤਸਰ ਸਾਹਿਬ ਆਏ। ਜਿਸ ਦਿਨ ਮਹਾਰਾਜ ਅੰਮ੍ਰਿਤਸਰ ਸਾਹਿਬ ਪ੍ਰਵੇਸ਼ ਕੀਤੇ ਉਸ ਦਿਨ ਇਹ ਦੀਪਮਾਲਾ ਦਾ ਪੁਰਬ ਸੀਗਾ ਤੇ ਇਹ ਰੀਤ ਗੁਰਸਿੱਖਾਂ ਦੇ ਅੰਦਰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਨੇ ਤੋਰੀ ਹੈ। ਬਾਬਾ ਬੁੱਢਾ ਸਾਹਿਬ ਜੀ ਨੇ ਦੀਵੇ ਜਗਾ ਕਰਕੇ ਸਤਿਗੁਰਾਂ ਜੀ ਦੇ ਆਉਣ ਦੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਸੀਗਾ ਤੇ ਸਿੱਖਾਂ ਵਿੱਚ ਇਹ ਮਰਿਆਦਾ ਤੋਰੀ ਸੀਗੀ। ਬਾਬਾ ਬੁੱਢਾ ਸਾਹਿਬ ਜਿਨ੍ਹਾਂ ਦੀ ਬਾਬਤ ਹਜੂਰ ਨੇ ਕਿਹਾ ਤੁਸੀਂ ਸਿੱਖੀ ਦਾ ਥੰਮ ਹੋ, ਬਾਬਾ ਬੁੱਢਾ ਸਿੱਖੀ ਦੀ ਹੱਦ ਤੈਥੋਂ ਓਲੇ ਕਦੇ ਨਾ ਹੋਸਾਂ। ਐਸੇ ਬ੍ਰਹਮ ਗਿਆਨੀ ਮਹਾਂਪੁਰਖਾਂ ਨੇ ਇਸ ਰੀਤ ਨੂੰ ਤੋਰਿਆ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਪੰਥਵਾਲੀ ਸਤਿਗੁਰੂ ਜੀ ਦੇ ਆਪਣੇ ਕਰ ਕਮਲਾਂ ਨਾਲ ਲਿਖੇ ਹੋਏ ਹੁਕਮਨਾਮੇ ਸਾਹਿਬ ਜੋ ਸਤਿਗੁਰਾਂ ਦੇ ਦਸਖਤ ਹੋਏ ਨੇ, ਜਿਹਦੇ ਵਿੱਚ ਮਹਾਰਾਜ ਸੰਗਤ ਨੂੰ ਆਗਿਆ ਕਰ ਰਹੇ ਆ ਕਿ ਸਾਧ ਸੰਗਤ ਜੀ ਦਸਾਂ ਨਾਹਾਂ ਦੀ ਕਿਰਤ ਕਰਨੀ, ਗੁਰੂ ਗੁਰੂ ਜਪਣਾ, ਅੰਮ੍ਰਿਤ ਵੇਲੇ ਉੱਠ ਨਿਤਨੇਮ ਕਰਨਾ, ਜਦੋਂ ਦੀਪਮਾਲਾ ਦਾ ਪੁਰਬ ਆਵੇ ਉਦੋਂ ਗੁਰੂਦੁਆਰੇ ਆ ਕਰਕੇ ਦਰਸ਼ਨ ਕਰਨੇ। ਮਹਾਰਾਜ ਸੱਚੇ ਪਾਤਸ਼ਾਹ ਆਪਣੇ ਵਕਤ ਵਿੱਚ ਬਹੁਤ ਵੱਡਾ ਦੀਪਮਾਲਾ ਦਾ ਪੁਰਬ ਸਤਿਗੁਰੂ ਜੀ ਲਾਇਆ ਕਰਦੇ ਤੇ ਸਾਧ ਸੰਗਤ ਜੀ ਜਿਸ ਦੀਆਂ ਬਹੁਤ ਸਾਰੀਆਂ ਇਤਿਹਾਸਕ ਗੁਮਾਈਆਂ ਨੇ, ਅੱਜ ਪੁਰਬ ਹੋਣ ਕਰਕੇ ਮੈਂ ਉਹ ਆਪ ਜੀ ਦੇ ਸਮਕਸ਼ ਭੇਟ ਕਰਾਂਗਾ। ਜੋ ਸਨਾਤਨੀ ਮਤ ਵਿੱਚ ਉਤਸ਼ਾਹ ਪੂਰਵਕ ਮਨਾਇਆ ਜਾਂਦਾ ਹੈ ਤੇ ਦੀਪਾਵਲੀ ਦਾ ਪੁਰਬ, ਜਦੋਂ ਦੁਸ਼ਹਿਰੇ ਦਾ ਪੁਰਬ ਆਇਆ ਸੀਗਾ ਤੇ ਵਿਸ਼ੇਸ਼ ਕਰਕੇ ਉਸ ਸਮੇਂ ਸ੍ਰੀ ਰਾਮ ਚੰਦਰ ਜੀ ਦਾ ਬਨਵਾਸ ਹੋਣਾ, ਉਹਨਾਂ ਦਾ ਅਵਤਾਰ ਧਾਰਨਾ ਅਤੇ ਕਿਵੇਂ ਜੰਗਲਾਂ ਦੇ ਅੰਦਰ ਦੈਂਤਾਂ ਦਾ ਸੰਘਾਰ ਕਰਨਾ, ਕਿਉਂਕਿ ਜਿਨ੍ਹਾਂ ਥਾਵਾਂ ਤੇ ਉਹਨਾਂ ਦਾ ਜਾਣਾ ਨਿਯਤ ਹੋ ਚੁੱਕਾ ਸੀਗਾ। ਮਹਾਰਿਸ਼ੀ ਵਾਲਮੀਕ ਜੀ ਨੇ ਕਈ ਵਰੇ ਪਹਿਲਾਂ ਹੀ ਰਮਾਇਣ ਰਚ ਦਿੱਤੀ ਹੈ। ਸ਼੍ਰੀ ਰਾਮ ਚੰਦਰ ਜੀ ਗਿਆਨਵਾਨ ਪੁਰਖ ਨੇ, ਇਸ ਕਰਕੇ ਆਪਣੀ ਕੇਕਈ ਮਾਤਾ ਉੱਤੇ ਥੋੜਾ ਵੀ ਰੋਸ ਨਹੀਂ ਕੀਤਾ ਕਿ ਇਹ ਮਾਤਾ ਤੇਰੇ ਕਰਕੇ ਮੈਨੂੰ ਇੰਨੇ ਕਸ਼ਟ ਤੇ ਦੁੱਖ ਝੱਲਣੇ ਪਏ ਐ, ਨਹੀਂ ਕਦਾਚਿਤ ਵੀ ਨਹੀਂ। ਜਿਸ ਵਕਤ ਲੰਕਾ ਦੇ ਅੰਦਰ ਸ਼੍ਰੀ ਰਾਮ ਚੰਦਰ ਜੀ ਨੇ ਵਿਜੇ ਪ੍ਰਾਪਤ ਕੀਤੀ, ਉਸ ਵਕਤ ਵਿਭੀਸ਼ਣ ਦਾ ਰਾਜ ਅਭਿਸ਼ੇਕ ਆਪ ਕੀਤਾ, ਕਿਉਂਕਿ ਜਦੋਂ ਰਾਵਣ ਤੋਂ ਮਾਰ ਖਾ ਕੇ ਵਿਭੀਸ਼ਣ ਜੀ ਸ਼੍ਰੀ ਰਾਮ ਚੰਦਰ ਜੀ ਦੀ ਸ਼ਰਨ ਵਿੱਚ ਆ ਗਏ ਸਨ, ਉਸ ਵਕਤ ਸ਼੍ਰੀ ਰਾਮ ਚੰਦਰ ਜੀ ਨੇ ਵਿਭੀਸ਼ਣ ਨੂੰ ਭਗਤ ਜਾਣ ਕੇ
सत्कार कीता ते कहा सी आओ बैठो लंकेश, हे लंका दे पति, हे लंका दे राजे, आओ इत्थे बैठना करो। ते भीषण जी ने उदों हथ जोड़ के आख्या सी महाराज मैनू तां देश निकाला हो गया, मैनू तां रहण नूं कोई थां नहीं, तुसी मैनू लंकेश कहा। ते मर्यादा पुरुषोत्तम श्री रामचंद्र जी ने कहा कि ईश्वर दा भाणा ऐसा है, साथों ईश्वर ने कहाया है। श्री रामचंद्र जी ने फिर वो कहे हुए वचन पूरे कीते ते भविखण नूं राज तिलक जिहड़ा सी लंका दा दिता रावण नूं मार करके। जिस वक्त सीता जी नूं लै करके तुरन लगे है कि सारा कुछ लिखत विच है, गुरु महाराज जी ने रामा अवतार विच भी सब कुछ लिखिया होया श्री दसम बाणी दे अंदर। उस वक्त भीषण जी ने अपना पुष्पक विमान दिता, जिस विमान दे उत्ते कहंदे सीता जी दा हरण करके रावण ले आया सी। उसे ही पुष्पक विमान दे उत्ते असवार हो करके रस्ते ते अंदर जिस किसे दी भावना सी उसनूं दर्शन देंदे हुए श्री रामचंद्र जी जिस वक्त अयोध्या आए सी तो बहुत भारी उत्साह होया। अयोध्यापुरी दे अंदर दीपमाला कीती गई। आद काल तो साध संगत जी त्योहार इस जो सनातनी मत दे अंदर इतिहास आउंदा है इस नूं मुख रख करके मनाया जांदा है। जिस वक्त कहंदे आ श्री रामचंद्र जी आए है, प्रवेश कीते आ अयोध्या दे अंदर, देशां विदेशां दे राजियां ने आ करके मान सत्कार कीता, क्योंकि दिग्विजयी रावण दी हत्या कीती, रावण नूं नाश कीता ते वड्डा प्रताप होया श्री रामचंद्र जी दा। तो इतिहास तां बहुत लंमा है। जिस वक्त कहंदे है कि सारियां मातावां अगे हो करके श्री रामचंद्र जी दे सत्कार वजों आईयां, सब तो पहला अपनी माता कुशल्यां दे चरनी जा करके लगे श्री रामचंद्र जी। उस तो उपरंत लक्ष्मण जी दे माता जी दे चरण स्पर्श कीते। फिर जो भरत जी हन उन्हां दी माता कैकेयी लागे खलोती है, जिस दे मन विच बड़ी शर्मिंदगी है कि मेरे कारण करके, क्योंकि जिस इच्छा नूं लै करके कैकेयी ने यह कार्य कीता सी, भरत जी जो प्रेम दी मूर्त अखवाए, जे अपने पुत्र वास्ते लालच करके राज मंगिया सीगा ते त्याग दा मुजस्समा बन के भरत जी ने दिखाया। जंगल विच जाके पिछे श्री रामचंद्र जी दे पहुंच कीती कि मैं राज नहीं करना, कृपा करके आप वापस परतो। पर श्री रामचंद्र जी ने कहा सी असीं हुण वापस नहीं परत सकदे, ते 14 साल दा बनोवास कट के ही वापस आवांगे। फिर भरत जी ने कहा सी कि आप कृपा करके अपनियां चरण पादुकां ही मैनूं बख्श दिओ, मैं उस अयोध्या दे राज संघासन दे उत्ते नहीं बैठांगा, केवल प्रबंध करांगा। आप जी दीयां चरण पादुकां तुहाडी गैर हाजरी विच राज करनगियां। ते श्री रामचंद्र जी दीयां खड़ावां तखत दे उत्ते रख करके उस राज सिंघासन दे उपर विराजमान करके भरत जी राज प्रबंध चलाउंदे रहे। जिस वक्त श्री रामचंद्र जी कैकेयी माता दे चरनी हथ लाउण लगे, शर्मिंदगी नाल पिछे हटी कि मैं बहुत घोर पाप कीता है। श्री रामचंद्र जी ज्ञानवान पुरख ने इस करके अपनी माता नूं बड़ी निमरता नाल कहा, माता मन विच ये शंका ना कर कि ये तेरे करके होया, नहीं ये परमेश्वर दा विधि विधान सीगा। ते सगों मैनूं बहुत खुशी है कि मैं अपने माता ते पिता दे बचनां नूं पूरियां कीता, उन्हां बचनां दे उत्ते मैं पूरा उतरिया। इस प्रकार श्री रामचंद्र जी ने आप दी निमरता जिहड़ी सी उस नूं जाहिर कीता। 10,000 वरा श्री रामचंद्र जी ने राज कीता। तो ये सारा इतिहास सतगुरु जी जिथे रामा अवतार लिखदे महाराज ने जिक्र कीता है। ते साध संगत जी अयोध्यापुरी दे अंदर पहुंचने करके ये जिहड़ा सीगा दीपमाला दा तिहार आरंभ होया।
सच्चे पातशाह गरीब नवाज सतगुरु जी ने इन्हां त्योहारां दा जिवें साध संगत जी हिंदुस्तान दे अंदर बहुत सारे ऐसे त्योहार ने जिन्हां दा कोई भी जिहड़ा असली कोई कारण नहीं बनता। जे उन्हां दा पिछोकड़ वेखीए तो पिछोकड़ ठीक नहीं हुंदा। हजूर ने बहुत सारे त्योहारां नूं तब्दील करके अपने खालसे नूं बख्शिश कीता। जिहड़े उन्हां त्योहारां नूं मनाउणा मनमत समझदे है, उन्हां दे अंदर लुकवी उन्हां दी सोच ये है कि सिख भी जिहड़े है मनमत दी तरह त्योहार मनाउण लग पैण। गुरु साहब ने सानू गुरमत दे ढंग नाल त्योहारां दे मनाउण दी आग्या कीती कि ओ जिवें जिवें त्योहार पुरब आउंदे है गुरु घर दे अंदर उन्हां दी बाबत दस्सिया जांदा है कि पंथ दे अंदर क्यों ये मनाए जांदे है। जे दुशहरा पुरब आउंदा है ते क्यों पंथ अंदर मनाया जांदा है, ये विस्तार पूर्वक दशहरे दे पुरब ते संगतां दे चरनां विच बेनती कीती गई सी। साध संगत जी, इस महान पुरब नूं बाबा बुढ़ा साहब जी ने सिखां दे अंदर प्रारंभ कीता है। गुरु हरगोबिंद साहब सच्चे पातशाह जी महाराज जिस वक्त हजूर गुरता दे तखत ते विराजमान होए, सतगुरु जी दी आजू उस समय 11 साल दी सी। धर्मवीर सतगुरु जी ने उस समय भरे इकट्ठ विच पुछिया सी सिखां दे ताईं कि जिवें साडे गुरु पिता शहीद होए है, उमें संगत विच बयान करो कि पिता जी की शहादत किवें होई है। ते हजूर दी आग्या पा करके उस वक्त साध संगत जी भाई बिधि चंद, भाई पुराणा, इन्हां सिखां ने महाराज की शहादत नूं अपनी अखां नाल तकिया सीगा ते हजूर दे सामने भरे इकट्ठ विच इन्हां ने फिर सतगुरां जी की शहादत जिहड़ी सी ओह बयान कीती। सच्चे पातशाह जी महाराज संगत विच बैठे सुन रहे सी। बहुत वड्डा इकट्ठ सी जिथे श्री अकाल तख्त साहब जी दी महाराज ने बाद विच रचना कीती है। इत्थे हजूर नूं गुरता दा तिलक होया है ते तकरीबन हजूर दी शहादत तो सिख सहमे होए सी। एडा जालमाना ढंग नाल गुरु अर्जन देव सच्चे पातशाह जी नूं शहीद कीता गया। सिखां दे मनां दे अंदरों उह सहम कढण वास्ते, सूरमताई देण वास्ते पहलां तां हजूर ने जिहड़ी ओह वड्डियां सतगुरां तो मर्यादा चली आउंदी सी, महाराज सच्चे पातशाह जी ने ओह माला मंजी साहब मत्था टेक के गया कि बाबा बुढ़ा साहब जी ये सतगुरां दीयां निशानियां ने, इन्हां नूं तोशे खाने विच जमा कर दिओ। हजूर तखत ते बैठे ते मीरी पीरी दियां श्री साहिबां पहन के सतगुरु जी तखत ते सुभायमान होए। जदों सच्चे पातशाह जी महाराज दे सामने सिखां ने शहादत बयान कीती, वीर रस विच आके सतगुरु जी ने वाक कहे सी कि जिहड़ा बादशाह दा दीवान चंदू है, जे इहदी नक विच नकेल ना पाईए, महाराज कहंदे भाई जिहड़े भैड़े पाप हुंदे ओ सारे सानू लगण, उन्हां दी सजा सानू मिले। जदों हजूर दा ते गुरता दा तिलक दा मर्यादा रस्म होई ते दीवान चंदू कोल बहुत सारियां खबरां पहुंचियां जो सतगुरु ने आदेश दिते सन कि साडे दर्शन करन आओ, सुंदर शस्त्र ते घोड़े लैके आओ। माता जी कोल मसंदा ने जाके बेनती की कि आप दे साहबजादे ने यह बचन कहे है, एडा दीवान चंदू अज दे राष्ट्रपति नालों 10 गुणा वध ताकत रखण वाला, क्योंकि उस समय अफगानिस्तान भी हिंदुस्तान दीयां हद्दां दे अंदर हुंदा सी, एडा विशाल सी हिंदुस्तान। तदों माता साहब जी ने भी यह शंका की सी कि जदों मसंदा ने आके कहा कि एडा बड़ा वो दीवान है, एडी ताकत दा मालक है, अगे वड्डे सतगुरां जी नूं शहीद कर दिता है। आप दे साहबजादे ने माता जी ये बचन ठीक नहीं कहे, ना कोई साडे कोल फौज है, ना कोई खजाना है, तो बादशाह दे दीवान नाल किवें टक्कर लई जा सकदी है। माता साहब जी ने जदों हजूर जिस दिन गुरता ते बैठे है, महाराज शाम नूं घर आए है, माता जी ने ते समय मसंदा दीयां कईयां होईयां गल्लां दा जिक्र कीता। साहबजादा जी आप दे पिता जी शहीद हो गए है,
ਤੁਹਾਨੂੰ ਇਹੋ ਜਿਹੇ ਬਚਨ ਜਿਹੜੇ ਸੀ ਅਜੇ ਨਹੀਂ ਸੀ ਕਰਨੇ ਚਾਹੀਦੇ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਮਾਤਾ ਜੀ ਦੇ ਬਚਨ ਸੁਣ ਕੇ ਕਿਹਾ ਸੀ, ਮਾਤਾ ਜੀ ਇਹ ਮਸੰਦ ਕਮਜ਼ੋਰ ਦਿਲ ਵਾਲੇ ਨੇ, ਗੁਰੂ ਨਾਨਕ ਸਾਹਿਬ ਕਿਰਪਾ ਕਰਨਗੇ, ਵੇਖੋ ਕਿਸ ਤਰ੍ਹਾਂ ਕਾਇਆ ਬਦਲੇਗੀ, ਬੜੀ ਵੱਡੀ ਫੌਜ ਵੀ ਮਹਾਰਾਜ ਦੇਣਗੇ, ਸੱਚੇ ਪਾਤਸ਼ਾਹ ਸਭ ਖਜ਼ਾਨੇ ਬਖਸ਼ਿਸ਼ ਕਰਨਗੇ, ਜੋ ਅਸੀਂ ਬਚਨ ਕਿਹਾ ਉਸ ਪਾਪੀ ਦੀ ਨੱਕ ਵਿੱਚ ਨਕੇਲ ਜ਼ਰੂਰ ਪਾਵਾਂਗੇ। ਗੁਰੂ ਸਾਹਿਬ ਦੇ ਪ੍ਰਤਾਪ ਪੂਰਵਕ ਇਹ ਬਚਨ ਸੁਣ ਕੇ ਮਾਤਾ ਜੀ ਗੰਭੀਰ ਰਹੇ, ਕਿਉਂਕਿ ਗੁਰੂ ਘਰ ਦੀ ਇਹ ਮਰਿਆਦਾ ਏ। ਜਦੋਂ ਸਤਿਗੁਰੂ ਜੀ ਤਖਤ ਤੇ ਬਿਰਾਜਮਾਨ ਹੁੰਦੇ ਐ, ਉਦੋਂ ਜਿੱਥੇ ਮਹਾਰਾਜ ਦੇ ਮਾਤਾ ਜੀ ਲੱਗਦੇ ਐ, ਸਤ ਸੰਗਤ ਜੀ ਐ ਜੇ ਸਿੱਖ ਸਤਿਗੁਰੂ ਦਾ ਬਚਨ ਨਹੀਂ ਮਾਤਾ ਜੀ ਮੋੜਿਆ ਕਰਦੇ ਸੀ। ਜੋ ਗੁਰੂ ਸਾਹਿਬ ਕਹਿੰਦੇ ਸੀ ਮਹਾਰਾਜ ਦੇ ਹੁਕਮ ਵਿੱਚ ਸਭ ਨੂੰ ਸੀਸ ਝੁਕਾਉਣਾ ਪੈਂਦਾ ਸੀ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਬਾਬਤ ਚੰਦੂ ਨੂੰ ਖਬਰਾਂ ਮਿਲ ਰਹੀਆਂ ਸੀ ਤੇ ਚੰਦੂ ਨੂੰ ਕਦੋਂ ਇਹ ਗੱਲਾਂ ਚੰਗੀਆਂ ਲੱਗਦੀਆਂ ਸੀ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਤਾਕਤ ਵਧੇ। ਗੁਰੂ ਸਾਹਿਬ ਜੀ ਦੀ ਬਾਬਤ ਪਤਾ ਚੱਲ ਰਿਹਾ ਸੀ ਕਿ ਉਹਨਾਂ ਨੇ ਇੱਕ ਤਖਤ ਰਚਿਆ ਜਿਹਦਾ ਨਾਮ ਅਕਾਲ ਦਾ ਤਖਤ ਰੱਖਿਆ। ਹਜੂਰ ਦੇ ਕੋਲ ਬੜੇ ਬੜੇ ਨੌਜਵਾਨ ਭਰਤੀ ਹੋ ਰਹੇ ਐ, ਬੜੀ ਸ਼ਸਤਰਧਾਰੀ ਫੌਜ ਇਕੱਤਰ ਹੁੰਦੀ ਜਾ ਰਹੀ ਹੈ। ਚੰਦੂ ਨੂੰ ਆਪ ਦਾ ਡਰ ਪੈ ਗਿਆ ਸੀ, ਉਹਨੂੰ ਆਪਣੀ ਮੌਤ ਦਿਸ ਰਹੀ ਸੀ। ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ। ਬਹੁਤ ਸਾਰੀਆਂ ਜਿੱਥੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਖਿਲਾਫ ਸਾਜ਼ਿਸ਼ਾਂ ਰਚੀਆਂ ਸੀਗੀਆਂ, ਸਾਧ ਸੰਗਤ ਜੀ ਇਹ ਰਾਜਨੀਤਿਕ ਲੋਕ ਅੱਜ ਵੀ ਉਹਨਾਂ ਦੀ ਹਾਲਤ ਉਹੋ ਜੀ ਹੈ। ਚੰਦੂ ਨੇ ਪੰਜਾਬ ਦੇ ਹਾਲਾਤ ਆਪ ਖਰਾਬ ਕਰਾਏ। ਵੇਖੋ ਐਡੀ ਉਹਦੀ ਹਕੂਮਤ ਹੈ ਤੇ ਪੰਜਾਬ ਦੇ ਅੰਦਰ ਚੋਰੀਆਂ, ਡਾਕੇ, ਜੋ ਉਪਦਰਵ ਤੇ ਵਾਰਦਾਤਾਂ ਹੋਣੀਆਂ, ਉਹਨਾਂ ਸਾਰਿਆਂ ਦਾ ਜਿਹੜਾ ਇਲਜ਼ਾਮ ਗੁਰੂ ਸਾਹਿਬ ਦੇ ਸਿਰ ਮੜ ਕੇ ਬਾਦਸ਼ਾਹ ਦੀ ਕਚਹਿਰੀ ਵਿੱਚ ਦੱਸਣਾ। ਗੁਰੂ ਅਰਜਨ ਸਾਹਿਬ ਦੇ ਖਿਲਾਫ ਵੀ ਇਹ ਜਿਹੇ ਛੜਯੰਤਰ ਰਚੇ ਸੀਗੇ। ਜਿਹੜਾ ਵਜ਼ੀਰ ਖਾਨ ਸੀਗਾ, ਜੇ ਜਹਾਂਗੀਰ ਨੇ ਉਸ ਦੀ ਸਲਾਹ ਲੈਣੀ ਤੇ ਇੱਕੋ ਇੱਕ ਵਜ਼ੀਰ ਖਾਨ ਸੀ ਜਿਸ ਨੇ ਆਖਣਾ, ਬਾਦਸ਼ਾਹ ਇਹ ਗੁਰੂ ਨਾਨਕ ਦੀ ਗੱਦੀ ਹੈ, ਜਿਹੜਾ ਇਹਦੇ ਉੱਤੇ ਹਰ ਹੱਥ ਉਠਾਵੇਗਾ ਉਹਦਾ ਸਰਵਨਾਸ਼ ਹੋ ਜਾਏਗਾ। ਇਸ ਗੱਦੀ ਦੇ ਅੱਗੇ ਹੱਥ ਜੋੜਨ ਵਾਲਾ ਹੀ ਬਚ ਸਕਦਾ ਏ। ਇਉਂ ਵਜ਼ੀਰ ਖਾਨ ਨੇ ਫਿਰ ਕਹਿ ਕੇ ਟਾਲ ਦੇਣਾ। ਅਖੀਰ ਚੰਦੂ ਨੇ ਸਭਾ ਸਾਰੀ ਖਰੀਦ ਲਈ ਸੀ, ਕਿਸੇ ਨੂੰ ਆਪਣੇ ਬਲ ਕਰਕੇ ਦਵਾਇਆ ਸੀ, ਕਿਸੇ ਨੂੰ ਪੈਸੇ ਦੇ ਕੇ ਖਰੀਦ ਲਿਆ ਸੀ। ਵਜ਼ੀਰ ਇਹਦੇ ਹੱਕ ਵਿੱਚ ਬੋਲਣ ਲੱਗ ਪਏ ਸਨ। ਜਦੋਂ ਸਭ ਕਚਹਿਰੀ ਨੇ ਕਿਹਾ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਹ ਤਖਤ ਰਚ ਲਿਆ, ਬਗਾਵਤ ਖੜੀ ਕਰ ਦੇਣਗੇ, ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ। ਜਹਾਂਗੀਰ ਨੇ ਇਸ ਸਮੇਂ ਗੁਰੂ ਸਾਹਿਬ ਜੀ ਨੂੰ ਦਿੱਲੀ ਬਣਾਉਣ ਵਾਸਤੇ ਜਿਹੜਾ ਸੀ ਨਾ, ਸਾਰੇ ਵਜ਼ੀਰਾਂ ਦੀ ਰਾਏ ਜਿਹੜੀ ਉਹ ਮੰਨ ਲਈ ਤੇ ਵਜ਼ੀਰ ਖਾਨ ਨੂੰ ਪੁੱਛਿਆ। ਵਜ਼ੀਰ ਖਾਨ ਨੇ ਕਿਹਾ, ਬਾਦਸ਼ਾਹ ਗੁਰੂ ਸਾਹਿਬ ਨੂੰ ਤੁਸੀਂ ਇਹਦੀਏ ਭੇਜ ਕੇ ਕਹੋਗੇ ਕਿ ਬਾਦਸ਼ਾਹ ਦਾ ਹੁਕਮ ਹੈ, ਫਿਰ ਤਾਂ ਨਹੀਂ ਗੁਰੂ ਸਾਹਿਬ ਜੀ ਆਉਣ ਲੱਗੇ। ਅੱਛਾ, ਵਜ਼ੀਰ ਖਾਨ ਨੂੰ ਕਹਿੰਦਾ ਹੈ ਕਿ ਤੂੰ ਆਪ ਫਿਰ ਕੋਈ ਯਤਨ ਕਰ ਕਿ ਗੁਰੂ ਸਾਹਿਬ ਦਿੱਲੀ ਆਉਣ। ਤੇ ਵਜ਼ੀਰ ਖਾਨ ਹੀ ਉਹ ਬੇਨਤੀ ਰੂਪ ਪਰਵਾਨਾ ਬਾਦਸ਼ਾਹ ਵੱਲੋਂ ਲੈ ਕਰਕੇ ਅੰਮ੍ਰਿਤਸਰ ਸਾਹਿਬ ਆਇਆ। ਜਦੋਂ ਵਜ਼ੀਰ ਖਾਨ ਇੱਥੇ ਆਇਆ ਅੰਮ੍ਰਿਤਸਰ ਸਾਹਿਬ, ਹਜੂਰ ਤਖਤ ਤੇ ਸਜੇ ਹੋਏ ਭਾਰੀ ਦੀਵਾਨ ਲੱਗਾ ਹੋਇਆ, ਬੜੀ ਸ਼ਰਧਾ ਨਾਲ ਆ ਕੇ ਮੱਥਾ ਟੇਕਿਆ। ਇਸ ਦੇ ਅੰਦਰ ਬੜੀ ਸਿੱਖੀ ਦੀ ਭਾਵਨਾ ਸੀ ਵਜ਼ੀਰ ਖਾਨ ਦੇ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਯੋਗ ਉਤਾਰਾ ਕਰਵਾਇਆ, ਬਹੁਤ ਸਤਿਕਾਰ ਦਿੱਤਾ। ਗਰੀਬ ਨਵਾਜ਼ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ। ਮਹਾਰਾਜ ਜਹਾਂਗੀਰ ਬਾਦਸ਼ਾਹ ਨੇ ਆਪ ਦੇ ਚਰਨਾਂ ਵਿੱਚ ਸਿਮਰਨ ਬੇਨਤੀ ਘੱਲੀ ਹੈ ਕਿ ਆਪ ਜੇ ਦਿੱਲੀ ਚਰਨ ਪਾਓ ਮਹਾਰਾਜ, ਮੇਰਾ ਬੜਾ ਭਲਾ ਹੋਵੇਗਾ। ਸਤਿਗੁਰੂ ਮਹਾਰਾਜ ਦੇ ਹਜੂਰ ਉਹ ਲਿਆਂਦਾ ਹੋਇਆ ਪੱਤਰ ਜਿਹੜਾ ਸੀ ਪੜ੍ਹਿਆ ਗਿਆ। ਮਹਾਰਾਜ ਜੀ ਨੇ ਕਿਹਾ ਸੀ ਸਿੱਖਾਂ ਨਾਲ ਵਿਚਾਰ ਕਰਕੇ ਦੱਸਾਂਗੇ। ਜਦੋਂ ਉਹ ਦੀਵਾਨ ਮੁਲਤਵੀ ਹੋਇਆ, ਸਤਿਗੁਰੂ ਜੀ ਦੇ ਗ੍ਰਹਿ ਵਿਖੇ ਮੁਖੀ ਸਿੱਖਾਂ ਨੂੰ ਸੱਦਿਆ ਗਿਆ ਮਹਾਰਾਜ ਜੀ ਦੇ ਆਦੇਸ਼ ਮੁਤਾਬਕ, ਜਿਸ ਵਿੱਚ ਖੁਦ ਮਾਤਾ ਗੰਗਾ ਜੀ ਵੀ ਬੈਠੇ ਸੀਗੇ। ਸਤਿਗੁਰੂ ਜੀ ਨੇ ਸਭ ਸਿੱਖਾਂ ਨੂੰ ਕਿਹਾ ਕਿ ਸਾਨੂੰ ਭਾਈ ਸਿੱਖੋ ਆਪਣੀ ਰਾਏ ਦਿਓ, ਅਸੀਂ ਦਿੱਲੀ ਜਾਈਏ ਜਾਂ ਨਾ ਜਾਈਏ। ਤੋ ਸਭ ਆਪੋ ਆਪਣੀ ਰਾਏ ਦੇਣ ਲੱਗੇ। ਤਕਰੀਬਨ ਬਹੁਤ ਸਾਰੇ ਸਿੱਖਾਂ ਨੇ ਇਹੀ ਕਿਹਾ ਕਿ ਮਹਾਰਾਜ ਆਪ ਨੂੰ ਦਿੱਲੀ ਨਹੀਂ ਜਾਣਾ ਚਾਹੀਦਾ। ਮਾਤਾ ਸਾਹਿਬ ਜੀ ਨੂੰ ਪੁੱਛਿਆ ਤਾਂ ਮਾਤਾ ਜੀ ਨੇ ਵੀ ਇਹੀ ਬੇਨਤੀ ਕੀਤੀ ਕਿ ਆਪ ਜੀ ਦੇ ਪਿਤਾ ਜੀ ਇੱਕ ਵਾਰ ਹਕੂਮਤ ਨੂੰ ਮਿਲਣ ਗਏ ਸੀ, ਦੁਬਾਰਾ ਨਹੀਂ ਆਏ, ਇਸ ਕਰਕੇ ਸਾਡੀ ਤਾਂ ਇਹ ਰਾਏ ਹੈ
कि आप दिल्ली ना जाओ। फिर जदों सब कह हटे, बाबा बुढ़ा साहब जी गंभीर बैठे है। हजूर ने कहा, बाबा बुढ़ा साहब जी, आप जी का की मत है, तुसी दसो तुहाडी की राय है। ते ब्रह्म ज्ञानी बाबा बुढ़ा साहब ने कहा, महाराज होवेगा तो ओ जो आप नूं भावेगा, पर साडी ये राय है कि आप दिल्ली जरूर जाओ। जदों इस प्रकार बाबा बुढ़ा साहब ने बचन कहे ते सब ने कहा कि बाबा बुढ़ा साहब तुसी ये की कह रहे हो, ये ठीक नहीं है। सब दे शंकियां दी निवृत्ति करदिया होया बाबा बुढ़ा साहब ने कहा, हजूर दी आजू ना वेखो, सतगुरु पातशाह महाराज आप निरंकार रूप ने, करण कारण हार हन। गुरु अर्जन साहब महाराज दे शहीद होने विच बड़े कारण सी। सतगुरु जी ने यह भाणा आप वरताया, गरीब नवाज ने। सच्चे पातशाह जी महाराज दा कोई बाल नहीं विंगा कर सकदा जे हजूर आप ना चाहण तां। ये सतगुरु जी दी मौज है। साडी ये राय है, बेनती है कि सतगुरु जी दिल्ली जाण। जदों महाराज दिल्ली जाणगे हजूर दा प्रताप होर वधेगा। ये जो देश दे लोग है वो सतगुरु जी दे प्रताप नूं जाण सकणगे। हजूर ने बाबा बुढ़ा साहब जी दे बचन सुन के कहा, असीं दिल्ली जरूर जावांगे। वजीर खान नूं सतगुरु पातशाह जी महाराज ने कह दिता कि बादशाह नूं कहो असीं दिल्ली आवांगे। चंदू मन विच सोचदा सी कि जदों एक बार दिल्ली आ जाणगे फिर अपनी मन मर्जी करांगा ते इत्थे सतगुरु दा बहुता नरादर करावांगा। जिन्ने ये हिंदुस्तान दे लोक ने इन्हां दे मनां विच हजूर दा सत्कार जिहड़ा रहेगा नहीं। जिहड़े लोग इन्हां नूं मत्था टेकदे आ, क्योंकि राजनीतिक लोग जिहड़े हुंदे आ ना, दूसरे दा सत्कार नहीं वेख सकदे हुंदे ते ओनू घटाउण वास्ते फिर यतन करदे। नाले चंदू तां वैरी है महाराज सच्चे पातशाह दा बणिया होया, गुरु घर नूं नीवां दिखाउणा चाहुंदा है। गुरु हरगोबिंद साहिब सच्चे पातशाह जी महाराज मंजिल दर मंजिल चलदे हुए सतगुरु पातशाह महाराज दिल्ली आए है, बाहर-बाहर डेरा कीता है। सतगुरु जी दा जदों उतारा होया ते महाराज सच्चे पातशाह जी ने तिस समय अपने वल्लों कड़ा प्रसाद दी देग जिहड़ी सी ना सौगात वजों भेजी। इतिहास विच लिखिया है कि जहांगीर उदों इशनान करके हटिया सी जदों उहदे सेवक ने दस्सिया कि गुरु साहब वल्लों प्रसाद आया। जदों महाराज सच्चे पातशाह जी दा भेजिया होया कड़ा प्रसाद इशनान कर हटिया सी, दोवां हत्थां विच लै के छकिया, ओनू असीम जिहा आनंद प्राप्त होया। कहंदे जिन्हां दे प्रसाद विच इन्ना मजा आ रहा उन्हां दे दर्शनां विच की सुख होऊगा। गुरु साहब नूं बेनती करो कि वो जल्दी मैनूं दर्शन देण। सतगुरु जी ने आदेश घल्लिया कि असीं कल नूं आवांगे। जदों अगली वड्डी सवेर होई, दीवान दा भोग पिया, गुरु हरगोबिंद साहब सच्चे पातशाह घोड़े ते सवार होए। अगे अगे नगारा ते निशान चल रहा सी, पिछे पिछे घोड़ सवार सिख सूरमे चल रहे सन। जदों हजूर दी असवारी दिल्ली दे अंदर प्रवेश होई, लोग अटारियां ते चढ़ चढ़ के वेखण लगे। दिल्ली दा आवाम इकट्ठा हो गया। उन्हां नूं इउं प्रतीत हो रहा सी कि जहांगीर बादशाह दी भी इहो जी शोभा नहीं, ये किहड़े देश दे राजे महाराजे आए है। सतगुरु जी दा प्रताप वेख वेख करके, मुख मंडल ते नूर वेख वेख के आप मुहारे सब दे सीस झुकदे जा रहे सन ते हर कोई पुछ रहा सी ये कौन ने। ते फिर दिल्ली दे सिख सीना चौड़ा करके बड़े मान नाल कहंदे सन, ये गुरु नानक साहब दी गद्दी दे मालक धर्मवीर सतगुरु मीरी पीरी दे मालक गुरु हरगोबिंद साहब जी हन। ये सतगुरु दी सवारी जा रही है। बड़े बड़े दिल्ली दे रहन वाले मुसलमान सतगुरु दी शोभा वेख वेख के हैरान हो रहे सी। अंदर तक महाराज सच्चे पातशाह दा मुख द्वार तक घोड़ा गया है। हजूर जदों उतरे, जहांगीर नूं पता लगा कि सतगुरु दी सवारी आ रही है। सत्कार वास्ते अपने उस किले तो बाहर आया। महाराज सच्चे पातशाह जी दे चरण परसे। जदों हजूर दे चरनी जहांगीर नूं लगदा वेखिया ते दिल्ली दा आवाम वेख रहा सी कि गुरु हरगोबिंद साहब सच्चे पातशाह जी कौन ने जिन्हां दे चरनां ते जहांगीर भी हथ ला रहा है। जेड़ा चंदू चाहुंदा सी कि हजूर दा नरादर कराऊंगा, इन्हां दा सत्कार घट जाएगा, सगों सच्चे पातशाह जी दा मान ते सत्कार होर वधिया। बड़ा दुख लगा उन्हूं।
बड़ा वो परेशान होया कि जो मैं सोचदा सा उसदे उल्ट हो रहा है। इत्थे महाराज दिल्ली रहे है, सच्चे पातशाह जी महाराज बादशाह बेनती करके हजूर नूं आगरे लै करके गया। सतगुरु जी आगरे रहे, जहांगीर दे नाल जो जो सतगुरु जी इत्थे वरते है, लम्मा इतिहास है, सब साखियां दा जिक्र आउंदा है। चंदू बहुत कोशिशां कर रहा सी कि सच्चे पातशाह जी महाराज नूं किसे न किसे तरीके हुण इत्थे ही खत्म कीता जावे, ये वापस पंजाब ना जा सकण। ते जहांगीर दे बहुत तरीकिਆਂ नाल ਕੰਨ भरन लगा, कोई दी पेश ना जांदी वेख, क्योंकि गुरु साहब दे उत्ते होर शरधा बन गई सी जहांगीर दी। फिर उसने शरधा दा पक्ष ही चुनिया। कई शंका करते हुंदे आ, क्योंकि इतिहास दे साध संगत जी कई इहो जे मोड़ ने, जे उन्हां नूं बरीकी नाल ना वाचिया जावे ते शंकावादियां दा शंका होर वध जांदा। जिहड़ा ये चंदू सी उसने एक नजूमी खरीदिया। नजूमी नूं कहा कि बादशाह नूं कह कि तेरे ते साड़ सती आई है, जे तेरे वास्ते कोई भजन सिमरन करे तो फिर वो टल सकती है। शंकावादी कहते हैं कि मुसलमान बादशाह कदों हिंदुआं दी साड़ सती नूं मनण वाला है। साध संगत जी, जे इस्लाम दा इतिहास पढ़ के वेखो, जेड़े राजे महाराजे होए है, इन्हां कोल सारियां व्यवस्था हुंदियां सी। जिथे इन्हां ने अपने राज दरबार अंदर अपने मुसलमान धार्मिक पीर रखे हुंदे सी, काजी रखे हुंदे सी, उत्थे हिंदू नजूमी भी रखे हुंदे सी। जेड़े इन्हां नूं जेड़ा सी ज्योतिष ला करके दसदे सी कि वहमी ते हुंदे ही है बादशाह, वहम ते इन्हां दे अंदरों निकलदा नहीं। वहम तां ओहदा ही जांदा जेड़ा प्रभु दा नाम जपे, जेड़ा अल्लाह दी बंदगी करे। ते ओह इहदा शाही नजूमी सीगा ते ओहनूं खरीद लिया चंदू ने। ओहदे राही जदों कहा, इन्हें कहा कि फिर कौन करे, कहंदा बादशाह गुरु हरगोबिंद साहब तो बड़ा दरवेश होर कौन हो सकदा। ते बादशाह जहांगीर ने सतगुरु जी दे चरनां विच बेनती कीती, महाराज गल आया है। महाराज हस पए। सतगुरु कहंदे आ, बादशाह तेरे ते काहनूं साड़ सती आई है, जिहदे ते आई है ओहदे ते टलेगी नहीं। पर जे तैनूं इउं चंगा लगदा है ते असीं ग्वालियर जा रहे हां। ते साध संगत जी, सतगुरु दा सहजे ये मन जाना इहदे च कारण है, क्योंकि ग्वालियर दे विच साध संगत जी ओह पहाड़ी राजे जिन्हां नूं जिंदगी दी कोई आस नहीं रही, सिर च जूआं पईयां होईयां ते खाण नूं रोटी नहीं पूरी मिलदी, कपड़े पाटे है मैले कुचैले, ते ओह मौत मंगदे, मौत भी नहीं आ रही, पर भगवान नूं आराध रहे है, ईश्वर नूं आराध रहे है कि महाराज हुण तूं ही साडी रखिया कर, सानूं जीवन दान दे। एक तां उन्हां दीयां पुकारां गुरु हरगोबिंद साहब सच्चे पातशाह नूं उधर लिजाण वास्ते साध संगत जी कारण बन रही हैं। दूसरा उत्थों दा जिहड़ा दरोगा है ना, इतिहास ने जिक्र कीता है, वेखो सिੱਖੀ महाराज किनू दे देने तां भाई निरंकार दी मौज आ ना, मुसलमान है वो। ते अरदासां की करदा है, महाराज मैं पापी पेट दी खातर आगरे नहीं आ सकदा, हे गुरु हरगोबिंद साहब आप अंतरजामी हो तो मैनू ग्वालियर ही आके दर्शन दिओ। उस दरोगे दी प्रेम दी खिच ने भी सतगुरु नूं मजबूर कीता ते गुरु हरगोबिंद साहब सहज नाल ही हसदे होए कहंदे ग्वालियर जा रहे हैं। महाराज सच्चे पातशाह जी जदों ये मंजूर कर लिया, हजूर ग्वालियर चले गए ते साध संगत जी चंदू बड़ा खुश होया कि मेरे मन आई हुई है, क्योंकि ग्वालियर एक इहो जिहा किला सी जिथे राजसी कैदियां नूं कैद कीता जांदा सी, जींदा ते अंदर जांदा सी, जिउंदा कोई कैदी बाहर नहीं सी आउंदा, ओहदी लोथ ही बाहर लिया के संस्कारी जांदी सी। तो इस मनोरथ विच ओह समझदा मैं पूरा हो गया, हुण मेरी इच्छा पूरी हुई है, बड़ा खुश होया। गुरु हरगोबिंद साहब सच्चे पातशाह जी महाराज जदों आगरे वाहिगुरु ग्वालियर गए है, दरोगे नूं पता लगा कि सच्चे पातशाह गुरु हरगोबिंद साहब आ रहे हैं, जिन्हां नूं रात दिन याद करदा सी। उसने उस ग्वालियर दे किले दा शंगार कीता। जिहड़े एहलकार सन, उथों दे कर्मचारी सन, उन्हां नूं दस्सिया कि हजूर नूं कैदी रूप विच ना वेखिओ, साडा भला करन वास्ते आ रहे हैं। सच्चे पातशाह गुरु हरगोबिंद साहब दा आउणा सुनिया, दरोगा अपने कर्मचारियों समेत महाराज जी दे चरनी लगा। सच्चे पातशाह जी महाराज दे सामने बड़े सोहने सोहने पकवान लिया करके भेंट कीते। हजूर ने कहा तेरी शरधा सानू प्रवान है,
पर असीं ये तेरा प्रसाद नहीं सकना। महाराज फिर आप इत्थे रह के की छकोगे? हजूर कहंदे साडे सिख जो सानू लिया के सिखाउणगे ना साध संगत जी, उस समय भाई बिधि चंद जी महाराज सच्चे पातशाह जी दे कोल होर जो 3 सिख सन, गरीब नवाज सच्चे पातशाह जी दे वास्ते वो दिन विच मजदूरी करदे, बाहर जा करके पत्थर आदि कुट्टण दी मजदूरी करके जो सिखां नूं मेहनत मिलदी उस माया दी रस्त लै करके अपने हत्थीं प्रसाद तैयार करके गुरु हरगोबिंद साहिब सच्चे पातशाह जी महाराज नूं छकाउंदे। सतगुरु जी सिखां दी मेहनत दा लंगर छकदे आ। गरीब नवाज सतगुरु जी ने वो शाही पकवान प्रवान नहीं कीते। इंनियां रस्तां चढ़न लगियां, बेशुमार उत्थे अवार ही लगन लग पए, वस्त्रां दे माया दे भेटावां चढ़न लग पईयां। ते जिस वक्त इंनियां भेटावां आउंदियां राजियां दी तां जून सुधर गई। उन्हां नूं नहाउण नूं पानी मिलण लगा, पीण नूं पानी मिलण लगा, खाण नूं जिहड़ा सी पेट भरवां भोजन मिलण लगा। ते नाले गुरु महाराज सच्चे पातशाह दे हजूर 2 वक्त दीवान सजदा है। सवेरे सतगुरु जी दे दर्शन करदे आ, शाम नूं महाराज दा दर्शन करदे आ। उन्हां नूं तां हजूर दे आउण नाल भुੱਲ ही गया कि असीं जेल च आ। ਉਹ ਕਹਿੰਦੇ ਸਾਡੇ ਰਾਜ ਦਾ ਵੀ ਸੁੱਖ ਇਹੋ ਜਿਹਾ ਨਹੀਂ ਸੀਗਾ ਜਿਹੋ ਜਿਹਾ ਸੁੱਖ ਸਾਨੂੰ ਇੱਥੇ ਪ੍ਰਾਪਤ ਹੋ ਗਿਆ। ਮਹਾਰਾਜ ਦੇ ਆਉਣ ਦੇ ਨਾਲ ਸਾਧ ਸੰਗਤ ਜੀ ਕਾਇਆ ਹੀ ਪਲਟ ਗਈ ਗਵਾਲੀਅਰ ਦੇ ਕਿਲੇ ਦੀ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਇੱਥੇ ਰਹਿੰਦਿਆਂ ਹੋਇਆਂ ਹਜੂਰ ਨੂੰ ਸਾਧ ਸੰਗਤ ਜੀ ਤਕਰੀਬਨ ਜੋ 40 ਦਿਨ ਮਿਥੇ ਹੋਏ ਸੀ, ਇਸ ਤੋਂ ਉੱਤੇ ਸਮਾਂ ਹੋ ਰਿਹਾ ਸੀਗਾ। ਤੇ ਜਹਾਂਗੀਰ ਆਪਣੇ ਰਾਜ ਐਸ਼ਵਰ ਦੇ ਅੰਦਰ ਉਸ ਨੂੰ ਇਹ ਗੱਲਾਂ ਵਿਸਰ ਚੁੱਕੀਆਂ ਸੀਗੀਆਂ। ਨਾਲੇ ਚੰਦੂ ਕੁਝ ਨਾ ਕੁਝ ਸਿੱਖ ਪੱਟੀ ਪੜਾਈ ਜਾਂਦਾ ਸੀ ਕਿ ਗੁਰੂ ਸਾਹਿਬ ਉੱਥੇ ਰਹਿਣ ਤੇ ਦੇਸ਼ ਦਾ ਭਲਾ ਰਹੇਗਾ। ਜਹਾਂਗੀਰ ਨੇ ਇਸ ਗੱਲ ਨੂੰ ਚਿਤਾਰਿਆ ਨਹੀਂ। ਤੇ ਇਧਰ ਜਦੋਂ ਪੰਜਾਬ ਇਹ ਖਬਰਾਂ ਪਹੁੰਚੀਆਂ, ਮਾਤਾ ਸਾਹਿਬ ਬੜੇ ਚਿੰਤਾਤੁਰ ਹੋਏ। ਸਿੱਖਾਂ ਦੇ ਮਨ ਅੰਦਰ ਬੜੀ ਫਿਕਰ ਵਾਲੀ ਗੱਲ ਹੋਈ ਕਿ ਮਹਾਰਾਜ ਨੂੰ ਗਵਾਲੀਅਰ ਦੇ ਅੰਦਰ ਨਜ਼ਰਬੰਦ ਕਰ ਲਿਆ। बहुत सारे सिख दर्शन करन लई साध संगत जी ग्वालियर आउंदे। हजूर दे उत्थे अंदर होने करके वेखो ग्वालियर दे किले दीयां इटां नूं कौन मत्था टेकदा सी। जदों गुरु हरगोबिंद साहिब जी अंदर प्रवेश करके उस ग्वालियर दे किले नूं सिख नमस्कारां करदे आ। उस वड्डी पहाड़ी ते बने हुए किले दीयां परिक्रमा करके पंजाब देश नूं वापस परत जांदे आ ते दिल विच सधरा करदे आ कदों गुरु हरगोबिंद साहिब देश आ जाण। इउं जदों बहुत ज्यादा सिखां अंदर बेचैनी वधी, माता साहब जी ने बाबा बुढ़ा साहब नूं कहा कि आपने राय दित्ती सीगी, जाओ हुण साडे साहबजादे नूं लै के आओ। बाबा बुढ़ा साहब ने कहा माता जी तुसीं धीरज रखो, गुरु हरगोबिंद साहब सच्चे पातशाह जी दी अपनी मौज है, सतगुरु दा प्रताप बहुत वड्डा होवेगा। इउं बचन कहे तुहाडी आग्या ते असीं जरूर जांदे हां। बाबा बुढ़ा साहब जी सिखां नूं नाल लै करके उस समय जिक्र आउंदा है कि घोड़ियां दे उत्ते सवार हो करके बहुत सारे सिखां नूं नाल लै के बाबा बुढ़ा साहब जी आए। जदों मजनू टिल्ले स्थान ते आ करके इत्थे डेरा कीता, इउं मंजिल दर मंजिल फिर साध संगत जी आगरे आए। आगरे तो अगे जदों ग्वालियर पहुंचे है, इत्थे आ करके बाबा बुढ़ा साहब ने जदों उतारा कीता है, उन्हां वेखिया कि कोई ना कोई हुण कारण जिहड़ा ओह तां बनाउणा पवूगा गुरु महाराज सच्चे पातशाह जी दी रिहाई वास्ते। साध संगत जी भावें करामात वरतनी कहर दा नाम है, पर जदों ऐसे सिख होण जिन्हां नूं अपनी प्रभता दी कोई खाहश ना होवे, ओह साध संगत जी जियां दे भले वास्ते इस चीज दी वरतों जरूर करदे आ। गुरु महाराज सच्चे पातशाह ने भावें इस गल ते इतराज भी कीता, क्योंकि अगे आप सुन लवोगे जिस वक्त जहांगीर नूं इह चेता भुलिया होया सी, गुरु हरगोबिंद साहिब सच्चे पातशाह जी महाराज ग्वालियर च ने ते उहनूं इस गल दा चेता कराउण वास्ते बाबा बुढ़ा साहब ने फिर आग्या कीती भाई जेठे ते लंगाह नूं कि जरा इहनूं थोड़ा जिहा करामात दा करिश्मा दिखाओ। कहिंदे आ कि भाई जेठा ते भाई लंगाह ने फिर शेर बन के दर्शन दिते आ जहांगीर नूं। रात दे सुपने दे अंदर जदों ऐसो दा दृश्य वेखिया, फिर जागिया ते फिर प्रतख शेरां दा दृश्य वेखिया। जान निकलदी आ, आवाजां मारदा, आवाज नहीं दित्ती जांदी। जदों चीक जे निकली है, अलकार दौड़े आए आ, कहंदे बादशाह सलामत की गल है?
कहंदा दो भयानक शेर है, इन्हां नूं मेरे तो परां करो। कहंदे सानू तां किते दिसदे नहीं। कहंदा पाड़ खाणगे, मैनू पासे करो। जदों इउं पहला रात ये करिश्मा होया, बड़ा उहदा मन परेशान सीगा। पीरां फकीरां दे कोलों बथेरियां आयतां पढ़ाईयां, उन्हां बड़ा प्रवासा दिता कि हुण अगली रात कुछ नहीं हुंदा। पर अगली रात फिर इउं जदों शेरां दा होया दर्शन ते फिर ओह डर गया, बड़ा भयभीत होया। वजीर खान नूं पुछदा आ गल है। वजीर खान ने कहा गुरु महाराज सच्चे पातशाह ग्वालियर दे अंदर ने, सिखां दीयां भावनावां ने, हजूर तां भावें अपने मौज विच मगन ने, पर बादशाह तेनू इस गल नूं चेते करना चाहिदा है। गुरु हरगोबिंद साहिब सच्चे पातशाह जी महाराज नूं उथों ग्वालियर तो लियाउणा चाहिदा है। बादशाह ने उसे समय डरदे होए ने फरमान जारी कीता कि गुरु हरगोबिंद साहिब सच्चे पातशाह जी महाराज नूं बड़े अदब सत्कार नाल ग्वालियर तो लियांदा जावे। जदों ये बादशाह दा परवाना ग्वालियर पहुंचिया है, दरोगे ने पढ़िया गुरु हरगोबिंद साहिब सच्चे पातशाह महाराज सिखां दे समेत जदों जाण दी तैयारी करन लगे, ये 12 पहाड़ी राजे साध संगत जी कुरला उठे, जिन्हां विच भीम चंद दा दादा तारा चंद भी मौजूद सीगा, जिसने गुरु घर नाल धरो कमाया ना। सतगुरु जी दे परोपकारां दा वेखो इन्हां बदला की चुकाया है। सदा जदों अपने इतिहास नूं आपां वेखांगे वाचांगे, साडे परोपकारां दे बदले इन्हां ने साध संगत जी सदा ही पंथ दी पिठ विच छुरा ही मारिया है। जिस वक्त गुरु हरगोबिंद साहिब सच्चे पातशाह जी महाराज तुरन दी तैयारी करन लगे, इन्हां ने फिर कुरला के आखिया महाराज जां तां अपने हत्थीं सानू इत्थे मार दिओ, जां महाराज सानू भी नाल लै चलो, तुहाडे तो बिना हुण साडे कोलों जीविया नहीं जाएगा। महाराज असीं फिर उसे ही जून विच डिग जाना है। तुहाडे आउण करके महाराज साडी ये जिंदगी जिहड़ी है जिंदगी रूप विच प्रतीत होण लगी है। उन्हां नूं तरले मारदिआं वेख के महाराज ने ते समय परवाना मोड़ दिता कि जाओ जहांगीर नूं कह दिओ असीं हुण इकल्ले बाहर नहीं आवांगे, जे बादशाह 52 राजिआं नूं भी नाल छड्डे, जिन्ने कैदी आ उन्हां नूं असीं नाल लै के बाहर आवांगे। जदों जहांगीर नूं इह खबर मिली, वो बड़ा डरिया होया सीगा। कहण लगा कि सारा काम चंदू दा है, जिन्हां कैदियां नूं मैं कदे छड्डना नहीं सी चाहुंदा, वो भी हुण मैनूं छड्डणे पै रहे आ। बड़ा खफे होया चंदू दे उत्ते। कहंदा किवें ना किवें होवे गुरु साहिब दा बचन मन्निया जावे। गुरु हरगोबिंद साहिब सच्चे पातशाह जी दे ਇਹ बचन कहण तो जहांगीर ने फिर ਇਹ साध संगत जी भावें के बड़ियां मुहिमां चढ़ा के राजे फड़े सन, क्योंकि जंग हुंदी है, बड़ा भारी नुकसान हुंदा है, तो वो नुकसान की भरपाई करनी बड़ी औखी हुंदी है। बड़ा दुखी होया जहांगीर ते उस समय ने आदेश फिर जारी किया राजनीति दे नाल वजीरां नाल सलाह करके कि की करिए। उन्हां क्या राय दिती कि ऐं करो गुरु साहब नूं कहो महाराज जिहड़ा तुहाडा पल्ला फड़ बाहर आ जाए उहनूं रिहा कर दांगे ते बाकी जिहड़े है ਉਹ अंदर ही रहणगे। सतगुरु जी नूं छलना चाहुंदे सी कि कोई 2-4 महाराज दा पल्ला फड़ बाहर आ जूगे। सच्चे पातशाह जी नूं जदों इह परवाना मिलिया, हजूर ने आग्या कीती कि भाई चोला जिहड़ा ਉਹ 50 कलियां वाला 52 जिक्र आउंदा है, ਉਹਦਾ इतिहास विच अगे जिक्र है। 50 कलियां वाला हजूर दा चोला सीप करके आया। सच्चे पातशाह जी ने वो चोला जदों पहिरिया गरीब नवाज ने ते साध संगत जी एक एक राजे ने उस कन्नी नूं पकड़ लिया। जदों 50 ने कन्नियां पकड़ लईआं, 2 रह गए। वो रोण लग पे कि महाराज साडा की बनू, असीं तां इत्थे रह गए। हजूर दे कमर कस्से दे 2 लड़ अगे लमक रहे सी। महाराज सच्चे पातशाह कहंदे भाई तुसीं क्यों रोने, आओ साडा कमर कस्सा अगे लमकदा, कमर कस्सा पकड़ लो। हजूर दे कमर कस्से दे दोवें लड़ां नूं उन्हां राजिआं ने पकड़िया ते साध संगत जी 52 राजिआं नूं गुरु हरगोबिंद साहिब सच्चे पातशाह महाराज ग्वालियर दे किले तो वो किले दा साध संगत जी छोटा दरवाजा खोलिया गया सीगा। सच्चे पातशाह जी महाराज जदों लै करके इन्हां राजिआं नूं बाहर आए है, ये 52 दे 52 राजे इक्के वार च सतगुरु जी ने ग्वालियर दे किले तो बाहर लिआंदे, जिस करके सारे देश दे अंदर गुरु हरगोबिंद साहिब दा नाम दाता बंदी छोड़ करके प्रसिद्ध होया। गरीब नवाज सच्चे पातशाह जी महाराज जदों दिल्ली आए,
सतगुरु पातशाह जी महाराज दे कोलों माफी मंगी इस जहांगीर ने, ते गुरु महाराज सच्चे पातशाह नूं उस वक्त ये बोल कहे सी, महाराज आप दे पिता जी दी शहादत दा कारण भी बाला चंदू है, भावें ये भी सीगा क्योंकि इहदियां लिखतां बोलदियां। जदों महाराज नूं ये बचन कहे, वेखो सतगुरु किन्ने निरभै है। महाराज कहंदे जहांगीर जे माफी मंगदा है इत्थे तां बख्शदे आ, पर परलोक च नहीं बख्शांगे। ये महाराज ने बचन कहे सी जहांगीर नूं। सतगुरु कहंदे चंदू साडा जिहड़ा अपराधी है उहनूं साडे हवाले कर। वो कहंदा महाराज जिवें मर्जी कर लो। आदेश दिता। जदों पहला आग्या कीती, सतगुरु जी ने बचन कहा कि साडे पिता जी हत्थां विच अपने कर कमलां विच सोने दा सिमरना रखिया करदे सी, ते ओ तेरे दीवान चंदू कोल है, साडे पिता जी दा सिमरना मंगा के दे। जदों कहंदे चंदू नूं पता लगा वो सिमरना उहदे घर विचों ओहनूं मिलिया नहीं। इस प्रकार इतिहास विच जिक्र आउंदा है, कुछ मणके प्राप्त होए सी। गुरु महाराज सच्चे पातशाह जी दे सामने जदों चंदू नूं लिया करके हाजिर कीता, चंदू सारा कुछ जान चुका सी कि इस समय मेरी वो ताकत नहीं रही जिहड़ा तुरदा सी ते जिहदे पिछे 100 बंदा तुरिया करदा सी, जिहदे नाल गल करनी गरीब बंदे दे वस दी गल नहीं सी। जदों भाई पुराणे ने वेखिया, गिरी चंद जी ने इशारा कीता ते भाई पुराणे ने गिच्ची विच इन्ने जोर दी मुक्का मारिया, इहदी पग लथ के ओ डिग गई। इस दी पग नाल ही इहदियां मुश्कां बन लईआं ते एक बांह नाल पिछे बाहवां बन के पकड़िया होया भाई पुराणे ने। ते दिल्ली दे सिख जिहड़े वेख रहे सी आवाज दे के कहा, सिखो जिन्हें गुरु नानक साहब दी खुशी लैनी आओ जुत्तियां दी मार करो इहदे सिर ते। इन्नियां जुत्तियां वजियां, चीकां मारन लगा। ते साध संगत जी महाराज दी इहदियां चीकां सुन के ना कुछ दया दे शकिन महाराज दे चेहरे ते बने। विधि चंद जी क्योंकि कोल रहिंदे सिखां नूं पता लग ही जांदा है। सिखां विधि चंद जी ने वेख लिया कि महाराज किते इहनूं छड़ा ही ना देण, ते उन्हां ते हजूर दी शहादत अपनी अखां नाल वेखी सी। विधि चंद जी ने भाई पुराणे नूं इशारा कीता कि हजूर दे सामणे ओहनूं हुण पासे लै जा, सतगुरु जी किते छड़ा ना देण। दिल्ली दे बाजारां च फेरिया, मजनू टिल्ले लागे हजूर दा उतारा सी, उत्थे कुत्तियां च लिया के बन्निया, उत्थे रोटी पाउंदे रहे। अगले दिन भावें जहांगीर इहदी घरवाली नूं ते इहदे पुत्र करमचंद नूं भी पकड़ के लिआया, महाराज इहनूं भी सजा दिओ। हजूर कहंदे साडे अपराधी नहीं जहांगीर, इन्हां नूं असीं सजा नहीं देवांगे। महाराज कुत्तियां च बन के इहनूं साध संगत जी फिर लै करके आए। जदों हजूर अमृतसर साहब प्रवेश कीते, उस जन साध संगत जी एक कुदरती दिवाली सीगी। बाबा बुढ़ा साहब ने कहा, सिखो गुरु हरगोबिंद साहब जिन्हां नूं इन्नी सदर नाल याद करदे सी, ਜਿਹੜੀਆਂ ਅੰਮ੍ਰਿਤਸਰ ਸਾਹਿਬ ਹਰਮੰਦਰ ਸਾਹਿਬ ਦੇ ਅੰਦਰ ਚੌਂਕੀਆਂ, ਸ਼ਬਦ ਚੌਂਕੀਆਂ ਸਾਧ ਸੰਗਤ ਜੀ ਹੁੰਦੀਆਂ ਅੱਜ ਵੀ, ਇਹ ਵੀ ਬਾਬਾ ਬੁੱਢਾ ਸਾਹਿਬ ਨੇ ਆਰੰਭ ਕੀਤੀਆਂ ਸੀ ਕਿ ਗੁਰਸਿੱਖੋ ਸ਼ਬਦਾਂ ਦਾ ਗਾਇਨ ਕਰੋ, ਸ਼ਬਦ ਦਾ ਆਸਰਾ ਲਵੋ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪ ਹੀ ਸਾਡੀ ਫਰਿਆਦ ਸੁਣਨਗੇ। ਉਹ ਸ਼ਬਦ ਚੌਂਕੀਆਂ ਬਾਬਾ ਜੀ ਨੇ ਆਰੰਭ ਕੀਤੀਆਂ ਤੇ ਉਸ ਦਿਨ ਦੀਪਮਾਲਾ ਸਾਧ ਸੰਗਤ ਜੀ ਕੀਤੀ ਗਈ। ਜਿਸ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਅੰਮ੍ਰਿਤਸਰ ਸਾਹਿਬ ਆਏ ਤੇ ਇਹ ਦੀਪਾਵਲੀ ਦਾ, ਦੀਪਮਾਲਾ ਦਾ ਪਵਿੱਤਰ ਤਿਉਹਾਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਉਸ ਦਿਨ ਅੰਮ੍ਰਿਤਸਰ ਸਾਹਿਬ ਚਰਨ ਪਾ ਕੇ ਇਹਨੂੰ ਹੋਰ 4 ਚੰਨ ਲਾਏ। ਤੇ ਸਾਧ ਸੰਗਤ ਜੀ ਇਤਿਹਾਸਕ ਗਵਾਹੀਆਂ ਨੇ। ਮੈਂ ਸੰਖੇਪ ਵਿੱਚ ਹੀ ਹੁਣ ਬੇਨਤੀ ਕਰਾਂਗਾ। ਆਦਿ ਕਾਲ ਤੋਂ ਖਾਲਸਾ ਦਰਬਾਰ ਸਾਹਿਬ ਦੇ ਅੰਦਰ ਫਿਰ ਦੀਵਾਲੀ ਦਾ ਪੁਰਬ ਮਨਾਉਂਦਾ ਰਿਹਾ। ਸਿੰਘ ਸਾਹਿਬ ਭਾਈ ਮਨੀ ਸਿੰਘ ਸਾਹਿਬ ਜਿਨ੍ਹਾਂ ਨੂੰ ਮਾਤਾ ਸੁੰਦਰ ਕੌਰ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਥਾਪ ਤੇ ਭੇਜਿਆ। ਆਪ ਜੀ ਨੇ ਪੰਥ ਦੀ ਮਹਾਨ ਸੇਵਾ ਕੀਤੀ ਹੈ। ਉਹਨਾਂ ਦੇ ਹੱਥ ਲਿਖਤ ਗ੍ਰੰਥ ਸਾਧ ਸੰਗਤ ਜੀ ਜੋ ਭਾਈ ਮਨੀ ਸਿੰਘ ਸਾਹਿਬ ਨੇ ਪੰਥ ਨੂੰ ਦੇਣ ਦਿੱਤੀ ਹੈ ਉਹ ਬੜੀ ਅਦੁੱਤੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਹਜ਼ੂਰੀ ਦੇ ਸਿੰਘ ਜਿਨ੍ਹਾਂ ਨੂੰ ਵਿਸ਼ੇਸ਼ ਜ਼ਿੰਮੇਵਾਰੀਆਂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਨੇ ਸੌਂਪੀਆਂ ਸੀ। ਜਦੋਂ ਸ਼੍ਰੀ ਅਨੰਦਪੁਰ ਸਾਹਿਬ ਵੀ ਛੱਡਣ ਲੱਗੇ ਸੀ ਤੇ ਭਾਈ ਮਨੀ ਸਿੰਘ ਸਾਹਿਬ ਦੀ ਜ਼ਿੰਮੇਵਾਰੀ ਲਾਈ ਸੀ। 12 ਸਾਲ ਦੀ ਆਜੂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ ਵਿੱਚ ਭਾਈ ਮਨੀ ਸਿੰਘ ਸਾਹਿਬ ਜੀ ਆ ਗਏ ਸੀ। ਤੇ ਸਾਧ ਸੰਗਤ ਜੀ ਉਮਰ ਕਰਕੇ ਸਿਆਣੇ ਸਨ। ਜਦੋਂ ਮਾਤਾ ਸਾਹਿਬ ਜੀ ਨੂੰ ਲੈ ਕਰਕੇ ਆਪ ਦਿੱਲੀ ਗਏ ਹੈ, ਹਜ਼ੂਰ ਨੇ ਆਪ ਜੀ ਦੇ ਕੋਲੋਂ ਬਾਣੀ ਦੇ ਲਿਖਣ ਦੀ ਮਹਾਨ ਸੇਵਾ ਲਈ ਹੈ। ਬੜੀਆਂ ਵੱਡੀਆਂ ਸੇਵਾਵਾਂ ਭਾਈ ਮਨੀ ਸਿੰਘ ਸਾਹਿਬ ਜੀ ਨੇ ਕੀਤੀਆਂ। ਗੁਰਬਾਣੀ ਦੇ ਗੁਟਕੇ ਸਾਹਿਬ, ਪੋਥੀਆਂ ਸਾਹਿਬ,
सिख संगतां दी सहूलत वास्ते तैयार कीते। उच्च कोटि दे जिथे विद्वान सन, सबर ते संतोख दी मूर्त भाई मनी सिंह साहिब ने यह गुरमता कीता, क्योंकि मुगलिया हुकूमत वालों जोड़ मेला जिहड़ा सी नहीं सी मनाउण दिता जांदा। ते भाई साहब जी ने तिस समय यह ख्याल किया कि जे मुगल हुकूमत जोड़ मेला मनाउण देवे ते आपां जिन्ने हुकूमत टैक्स वजों माया कवे वो भर देवांगे। बड़ा समा हो गया खालसा जी की इकत्तरता नहीं हुई, नाले सारे सिंह जिहड़े है हरमंदर पावन सरोवर दे विच इशनान भी करनगे ते खालसे पंथ की इकत्तरता होवेगी। आउण वाले समय नूं किवें चलना पंथ ने वो विचारां उलीकियां जाणगियां। ते भाई साहब जी ने जदों हुकूमत नाल गलबात कीती, उन्हां कहा कि 5000 टैक्स भर दिओ ते तुसीं आप दा पुरब मना लो। भाई साहब ने चिट्ठियां लिख दित्तियां। पंथ नूं जदों ये सुनेहे मिले, भाई साहब दा पंथ विच बहुत अदब ते सत्कार सी, सब ने सीस ते हुक्म मन्निया ते हरमंदर साहिब वल नूं जंगलां दे विचों दलां पंथां ने साध संगत जी इधर नूं वहीरां घत दित्तियां। ते जदों दीपमाला दा पुरब मनाउणा सी, 1-2 दिन पहलां ही हुकूमत ने अमृतसर साहिब नूं घेरा पाउणा शुरू कर दिता। जदों घेरा पाउण लग पए ते भाई साहब जी ने जिहड़ी सी हुकूमत दी नीत नूं जाण लिया, क्योंकि वो चाहुंदे सन कि सिख वखरे वखरे जंगलां च लभ के मारने औखे है, इत्थे इन्हां ने इकट्ठे होए होना ते इन्हां नूं इकट्ठे ही इत्थे मार दिओ, इन्हां दी नस्लकुशी कर दो। हुकूमतां यही सोचदियां, बड़ी वारी यही चारा कीता है। ते जदों पहला ही फौज लाती, जिहड़ी आम संगत ने नमस्कार करन वास्ते हरमंदर साहिब आउणा सी, डरदे कोई भी ना आया कि पता नहीं अंदर पकड़ के की करनगे। घेरे च लै लिया सारा अमृतसर साहिब। भाई साहब जी ने ते समय दोबारा चिट्ठियां कढ़ियां, खालसा जी हुकूमत दी नीयत ठीक नहीं है, आप कृपा करके वापस परत जाओ, इस बार मेला नहीं लाया जाएगा। भाई साहब दे सुनेहे मिलने करके खालसा भी परत गया वापसी, जिथे जिथे सिंघां नूं सुनेहे मिले। ते फिर जदों जोड़ मेला नहीं लाउण दिता ते 5000 रुपया काहदा देना सी। इस साध संगत जी दोष वजों कि सरकार दे खजाने विच इन्हां ने ऐद करके 5000 जमा नहीं कराया, सिंह साहब भाई मनी सिंह साहब जी नूं गिरफ्तार कर लिया गया। शरीर बिरध है, चिट्टा दुध दाड़ा है, मस्तक दे उत्ते नूर दगदा है। भाई साहब जी नूं जदों गिरफ्तार करके लाहौर लिआंदा गया ते साध संगत जी कैद पा दिता। भाई साहब जी नूं बहुत सारे यतन कीते, भुखियां रख करके होर तसीहे दे के कि दीने इस्लाम कबूल करन। इथों तक जिक्र आउंदा है लाहौर दे सिखां ने इकट्ठियां हो के कहा सी, भाई साहब जी 5000 तक ही असीं तुहाडे बदले तोल के सोना दे दांगे, पर तुहानूं शहीद नहीं होण देंगे। ते भाई साहब जी नूं गुरु कलगीधर दे बचन याद ने, जदों दमदमा साहब दी पावन धरती ते हजूर ने वाक कहे सी कि भाई मनी सिंह जी तुसीं भावें बदे मुक्त हो, पर पंथ दी सेवा अजे तुहाडे हिस्से रहिंदी है। समा आवेगा तुहाडा पंथ वास्ते धर्म वास्ते बंद तां छुट जाएगा, पर तुहाडे ब्रह्म ज्ञान विच कोई फर्क नहीं पवेगा। यह महाराज सच्चे पातशाह दा वरदान सीगा। कुछ इतिहासकारां ने टूकां दित्तियां कि भाई साहब नूं शराप होया सी, जे शराप हुंदा फिर तां पहले टप ते चीक मार दिंदे। पर भाई साहब जी नूं जदों लाहौर दे सिखां ने बोल कहे ते भाई साहब जी ने जो बचन कहे सन, तन गंदगी की कोठड़ी हार हीरियां की खान, जे सिर दित्तियां हार मिलै तां भी सस्ता जान। क्या खालसा जी तुहाडे गाढ़े पसीने दी कमाई मैं जालम दे खजाने च नहीं जान देंगा। शरीर नाशवंत है, एक दिन मुक जाना है। पंथ वास्ते धर्म वास्ते शहीद होना ये किसी विरले नूं प्राप्त हुंदा है, ते ये गुरु कलगीधर जी ने मैनूं दात बख्शी है। मेरा वो वक्त आ गया है। जदों भाई साहब जी ने इनकार कर दिता ते कहंदे फतवा दिता गया कि इन्हां दा बंद छुड़ा दिता जावे। ਗਿਆਨੀ ਗਿਆਨ ਸਿੰਘ जी पंथ प्रकाश विच लिखदे आ, विस्तार बहुत आ पर मैं सूक्ष्म रूप विच बेनती करांगा। लाहौर दा नखास चौंक भाई साहब जी दा चौंकड़ा लगा होया, लकड़ दा डक रख दिता है, जलाद तैयारी विच खड़ा है। हजारां लोग वेखण वास्ते आ गए है कि एक काफर ने दीने इस्लाम नूं कबूल नहीं कीता, ओहदी की हालत होण लगी है। ते साध संगत जी
जदों जलाद ने कहंदे आ ना, ਗਿਆਨੀ ਗਿਆਨ ਸਿੰਘ ने लिखिया कि पहला टापी भाई साहब दे गुੱਟ ते मारिया ते भाई साहब ने आप जलाद नूं कहा तू अपने मालक दा हुक्म नहीं मन्निया, साडे उंगलियां दे बंद छड्ड के गुੱਟ दे उत्ते टप मारिया। कहंदे उस जलाद ने टोका सुट दिता, क्या या खुदाया मैं इस दरवेश नूं नहीं मार सकदा। भाई साहब दे चेहरे वल वेख के उहदा दिल दहल गया। फिर साध संगत जी उस जलाद नूं कैद पाया गया। दो सके भरा सन, उन्हां नूं सजाए मौत सुनाई हुई सी। उन्हां दी सजाए मौत माफ कर दित्ती गई कि जे तुसीं एक सिख नूं उहदा बंद कट के मारोगे तुहानूं सजाए मौत माफ कीती जावेगी। ਉਹ ਦੋਹਾਂ ਜਲਾਦਾਂ ਨੇ ਭਾਈ ਸਾਹਿਬ ਦਾ ਫਿਰ ਬੰਦ ਉਂਗਲੀ ਤੋਂ ਰੱਖ ਕੇ ਜਦੋਂ ਛਡਾਉਣਾ ਸ਼ੁਰੂ ਕੀਤਾ ਤੇ ਪੰਥ ਪ੍ਰਕਾਸ਼ ਨੇ ਜ਼ਿਕਰ ਕੀਤਾ, ਭਾਈ ਸਾਹਿਬ ਜੀ ਚੌਂਕੜੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਆਰੰਭ ਕਰ ਦਿੱਤਾ। ਜਦੋਂ ਜਲਾਦ ਨੇ ਸੱਜੀ ਬਾਹ ਤੋਂ ਉਂਗਲੀ ਦੇ ਪਹਿਲੇ ਪੋਟੇ ਤੋਂ ਰੱਖ ਕਰਕੇ ਸਾਧ ਸੰਗਤ ਜੀ ਟੁਕੜੇ ਕਰਨੇ ਸ਼ੁਰੂ ਕੀਤੇ ਹੈ। ਭਾਈ ਸਾਹਿਬ ਦਾ ਸੱਜਾ ਮੋਢਾ ਵੀ ਟੋਕੇ ਨਾਲ ਟੱਪ ਦਿੱਤਾ ਗਿਆ, पर आप जी ने बाणी दी प्रीत नहीं छड्डी। सच्चे पातशाह जी कहंदे आ मीन पकड़ फांक्यो और काट्यो, रांद कियो बहु बानी, खंड खंड कर भोजन कीनो, तऊ न बिसरियो पानी। मच्छी दी प्रीत नूं मात पाती सिंह साहब भाई मनी सिंह साहब ने। फिर खब्बी बांह दे बंद वारी वारी छुड़ाए है। भाई साहब सुखमनी साहब दे पाठ विच सुरत जोड़ के पाठ करी जा रहे है। जदों साध संगत जी ਗਿਆਨੀ ਗਿਆਨ ਸਿੰਘ जी ते ਐਂ लिखिया कि 20 अष्टपदियां संपूर्ण होईयां सी जदों भाई साहब दा सीस कटिया गया। पर श्रीमान संत ਗਿਆਨੀ गुरबचन सिंह जी महापुरखा ने कथा विच दस्सिया कि भाई साहब ने उस समय 6 अष्टपदियां संपूर्ण कीतियां सी जदों भाई साहब दा सीस कटिया गया। लत्तां दे बंद छडवाए है। ये कहना बहुत सौखा है साध संगत जी, जिन्हां आपदे शरीर ते सहारिया वेखण वालियां वास्ते भी बड़ा औखा सी। ते भाई साहब दे चूड़ियां तक दे बंद जिहड़े सी टप मार के छड़ाए गए। जदों अखीर गले दे उत्ते टप वजिया ते टुकड़े टुकड़े करके भाई साहब दे टोकरे च पा दित्ते सी, पर बाकी सारियां अष्टपदियां दा पाठ उन्हां टुकड़ियां विचों संपूर्ण होया। गुरमुख रोम रोम हर ध्यावै, ये बचन सत कर दिते सिंह साहब भाई मनी सिंह साहब ने। भाई साहब की शहादती दीपावली के पुरब के संबंध विच होई होवे ते अज सिख कहंदे आ कि दीपमाला का त्योहार मनाउणा मनमत है, ये जी हिंदुआं का त्योहार है, ये नहीं मनाउणा चाहिदा। खालसा जी अपने इतिहास नूं अपने विरसे नूं ना कदे भी विसारो। ਜਿਹੜੀਆਂ कौमां अपना इतिहास भुल जांदियां, गुरु साहब दे दिते सबक उपदेश नूं भुल जांदियां, तो साध संगत जी निस तो नबूत हो जाती है, खत्म हो जाती है। साडा इतिहास साडा जींदा जागदा इतिहास है, केवल स्याही नाल लिखे हुए अखरां दा इतिहास नहीं, खून नाल लिखिया होया इतिहास है। ते कागजां ते लिखिया होया नहीं, धरती दी छाती ते लिखिया होया इतिहास है। तो साध संगत जी भाई साहब जी ने इस महान पुरब दी रीत नूं कायम रखण वास्ते अपनी शहादत दिती। भाई साहब दी शहादत नूं भी कोटि कोटि प्रणाम है। अज दीपमाला दा पुरब होण करके विशेष करके इतिहास दे झरोखे चों बेनतियां कीतियां ने। आओ जिन्ना भी शेष समा है थोड़े समय च महाराज जी दे जो लड़ीवार हजूर दी पवित्र बाणी दी कथा चल रही है, मर्यादा जो है पूरी करिए। सतगुरु जी दे चरनां दा ध्यान करदे होए आखो जी सतनाम श्री वाहिगुरु साहिब जी। सतनाम श्री वाहिगुरु साहिब जी। सतनाम श्री वाहिगुरु जी। प्रभाते अव्वल अल्लाह नूर उपाया। गुरु प्यारी साध संगत जी, राग प्रभाती अंदर हजूर गुरु अर्जन देव सच्चे पातशाह जी महाराज भगत कबीर साहब की बाणी महाराज लिखवा रहे है।
ਪ੍ਰਭਾਤੀ ਰਾਗ ਦੇ ਅੰਦਰ ਕਬੀਰ ਸਾਹਿਬ ਜੀ ਫਰਮਾਨ ਕਰਦੇ ਐ, ਜਦੋਂ ਕਬੀਰ ਸਾਹਿਬ ਦੇ ਕੋਲ ਕਹਿੰਦੇ ਐ ਕੁਝ ਕਾਜੀ ਤੇ ਕੁਝ ਬ੍ਰਾਹਮਣ ਇਕੱਠੇ ਹੋ ਕਰਕੇ ਆਏ ਐ। ਕਾਜੀਆਂ ਨੇ ਕਿਹਾ ਕਿ ਜਿਹੜਾ ਸਾਡਾ ਅੱਲਾ ਉਹ ਵੱਖਰਾ ਹੈ, ਰਾਮ ਵੱਖਰਾ ਹੈ। ਬ੍ਰਾਹਮਣ ਵੀ ਕਹਿੰਦੇ ਐ ਕਿ ਰਾਮ ਜਿਹੜਾ ਉਹ ਅੱਲਾ ਨਹੀਂ ਹੋ ਸਕਦਾ, ਇਹ ਅੱਲਾ ਇਹਨਾਂ ਦਾ ਵੱਖਰਾ ਹੈ ਤੇ ਸਾਡਾ ਰਾਮ ਵੱਖਰਾ ਹੈ। ਫਿਰ ਕਾਜ਼ੀਆਂ ਨੇ ਦਾਅਵਾ ਕੀਤਾ ਕਿ ਜੋ ਇਸਲਾਮ ਮਤ ਹੈ ਇਹੀ ਜੀਵ ਦੀ ਕਲਿਆਣ ਕਰ ਸਕਦਾ, ਬਾਕੀ ਸਭ ਅਧੋਗਤੀ ਨੂੰ ਜਾਣਗੇ, ਕਿਸੇ ਹੋਰ ਦਾ ਭਲਾ ਨਹੀਂ ਹੋਊਗਾ। ਇਸ ਤਰ੍ਹਾਂ ਦੀਆਂ ਇਹਨਾਂ ਦੀਆਂ ਗੱਲਾਂ ਸੁਣ ਕਰਕੇ ਕਬੀਰ ਸਾਹਿਬ ਇਹਨਾਂ ਨੂੰ ਉੱਤਰ ਦਿੰਦੇ ਆ, ਰਹਾਉ ਦੀਆਂ ਪੰਕਤੀਆਂ ਨੇ ਲੋਗਾ ਭਰਮ ਨਾ ਭੁੱਲੋ ਭਾਈ। ਇਹ ਸਮਝਣਾ, ਕਬੀਰ ਸਾਹਿਬ ਜੀ ਕਹਿੰਦੇ ਸੰਸਾਰ ਦੇ ਲੋਕੋ ਇਸ ਭਰਮ ਚ ਨਾ ਭੁੱਲੋ ਕਿ ਅਸੀਂ ਅੱਲਾ ਨੂੰ ਪੂਜਦੇ ਹਾਂ ਤੇ ਅੱਲਾ ਹੋਰ ਹੈ, ਅਸੀਂ ਰਾਮ ਨੂੰ ਪੂਜਦੇ ਹਾਂ ਤੇ ਰਾਮ ਹੋਰ ਹੈ। ਕਹਿੰਦੇ ਆ ਲੋਕਾਂ ਵਿੱਚ ਵੀ ਭੇਦ ਭਾਵ ਸਮਝਦੇ ਆ ਨਾ, ਇਹੀ ਸਮਝਦੇ ਆ ਕਿ ਇਹ ਹਿੰਦੂ ਹੈ, ਇਹ ਮੁਸਲਮਾਨ ਹੈ, ਇਹ ਫਲਾਨਾ ਹੈ। ਸਾਧ ਸੰਗਤ ਜੀ, ਸੰਸਾਰ ਦੇ ਇਸ ਤਖਤੇ ਦੇ ਉੱਤੇ ਜੇ ਹਿਊਮਨ ਬੀਇੰਗਸ ਨੂੰ ਇੱਕ ਕਿਹਾ ਤਾਂ ਗੁਰੂ ਨਾਨਕ ਸਾਹਿਬ ਦੇ ਵਾਹਿਦ ਧਰਮ ਨੇ ਕਿਹਾ। ਭਾਵੇਂ ਕਿ ਸੰਸਾਰ ਭਰ ਦੇ ਦੇਸ਼ ਜਦੋਂ ਇਕੱਠੇ ਹੁੰਦੇ ਆ ਤੇ ਬੜੀਆਂ ਵੱਡੀਆਂ ਗੱਲਾਂ ਕਰਦੇ ਆ ਮਨੁੱਖਤਾ ਵਾਸਤੇ, ਹਿਊਮਨ ਰਾਈਟ ਵਾਸਤੇ, ਪਰ ਜਦੋਂ ਆਪਣੇ ਦੇਸ਼ਾਂ ਵਿੱਚ ਮਨੁੱਖੀ ਅਧਿਕਾਰਾਂ ਦਾ ਘਾਣ ਕਰਦੇ ਆ, ਸਾਧ ਸੰਗਤ ਜੀ, ਚੰਗੇ ਜ਼ਿੰਮੇਵਾਰ ਦੇਸ਼ ਅੱਜ ਇਹ ਕਹਿ ਰਹੇ ਆ, ਕ੍ਰਿਸਚਨ ਇਹ ਕਹਿ ਰਹੇ ਆ ਕਿ ਯਹੂਦੀ ਮੁਸਲਮਾਨ ਆਪ ਦਾ ਧਰਮ ਛੱਡ ਕੇ ਕ੍ਰਿਸਚਨੈਲਿਟੀ ਨੂੰ ਧਾਰਨ ਕਰ ਲੈਣ ਤੇ ਸ਼ਾਂਤੀ ਰਹੂਗੀ। ਉਹ ਕਹਿੰਦੇ ਕਿ ਸਾਡਾ ਇਸਲਾਮ ਵਾਲੇ ਕਹਿੰਦੇ ਦੁਨੀਆ ਧਰਮ ਧਾਰਨ ਕਰ ਲਏ ਤੇ ਫਿਰ ਸ਼ਾਂਤੀ ਹੋਊਗੀ। ਪਰ ਗੁਰੂ ਨਾਨਕ ਸਾਹਿਬ ਜੀ ਦਾ ਉਪਦੇਸ਼ ਹੈ, ਗੁਰੂ ਬਾਝਾਂ ਵਾਲੇ ਜੀ ਦਾ ਸਤਿਗੁਰਾਂ ਦਾ ਉਪਦੇਸ਼ ਹੈ ਕਿ ਜਿਸ ਦਾ ਜਿਸ ਧਰਮ ਵਿੱਚ ਜਨਮ ਹੋਇਆ ਉਹ ਆਪਣੇ ਧਰਮ ਵਿੱਚ ਪ੍ਰਪੱਕ ਰਹੇ ਤੇ ਸ਼ਾਂਤੀ ਰਹੂਗੀ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ, ਹਿੰਦੂ ਤੁਰਕ ਕਉ ਰਾਫਜ਼ੀ ਇਮਾਮ ਸਾਫੀ, ਮਾਨਸ ਕੀ ਜਾਤ ਸਭਾ ਏਕਾ ਪਹਿਚਾਨ ਬੋ। ਇਹ ਕੇਵਲ ਗੁਰੂ ਕਲਗੀਧਰ ਸਾਹਿਬ ਜੀ ਮਹਾਰਾਜ ਨੇ ਕਿਹਾ। ਹੋਰ ਜਿੰਨੇ ਵੀ ਸਾਧ ਸੰਗਤ ਜੀ ਅੱਜ ਵੀ ਜਿਨ੍ਹਾਂ ਕੋਲ ਪਾਵਰ ਹੈ ਉਹ ਕਹਿ ਰਹੇ ਆ ਕਿ ਕੇਵਲ ਸਾਡਾ ਹੀ ਧਰਮ ਹੈ, ਬਾਕੀ ਸਭ ਧਰਮ ਫਜ਼ੂਲ ਨੇ, ਕਿਸੇ ਕੰਮ ਨਹੀਂ ਆਉਣ ਵਾਲੇ, ਇਹਨਾਂ ਨਾਲ ਸ਼ਾਂਤੀ ਨਹੀਂ ਕਾਇਮ ਰਹਿੰਦੀ। ਇਸ ਤਰ੍ਹਾਂ ਦੀਆਂ ਜ਼ਿੰਮੇਵਾਰ ਦੇਸ਼ ਵੀ ਅੱਜ ਗੱਲਾਂ ਕਰਨ ਲੱਗ ਪਏ ਆ। ਤੇ ਸਾਧ ਸੰਗਤ ਜੀ, ਆਉਣ ਵਾਲੇ ਹਾਲਾਤ ਸੰਸਾਰ ਭਰ ਵਾਸਤੇ ਬੜੇ ਨਾਜ਼ੁਕ ਜਿਹੜੇ ਆ ਉਹ ਆ ਰਹੇ ਆ। ਜਿੰਨਾ ਚਿਰ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਨੂੰ ਨਹੀਂ ਮੰਨਿਆ, ਕਿਉਂਕਿ ਸਤਿਗੁਰੂ ਜੀ ਨੇ ਕੇਵਲ ਆਪਣੇ ਸਿੱਖਾਂ ਨੂੰ ਨਹੀਂ ਇਹ ਉਪਦੇਸ਼ ਦਿੱਤਾ, ਹਜ਼ੂਰ ਨੇ ਸਭ ਲਈ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ ਹੈ। ਜਿਸ ਨੇ ਇਸ ਨੂੰ ਧਾਰਨ ਕੀਤਾ ਉਹ ਹੀ ਸਾਧ ਸੰਗਤ ਜੀ ਦੁੱਖਾਂ ਤੋਂ ਬਚ ਸਕਿਆ। ਕਬੀਰ ਸਾਹਿਬ ਜੀ ਉਹਨਾਂ ਦੀ ਇਹ ਗੱਲ ਸੁਣ ਕਰਕੇ ਕਹਿੰਦੇ, ਲੋਗਾ ਭਰਮ ਨਾ ਭੁੱਲੋ ਭਾਈ। ਇਹ ਸੰਸਾਰ ਦੇ ਲੋਕੋ ਇਸ ਭਰਮ ਵਿੱਚ ਨਾ ਭੁੱਲੋ ਕਿ ਅਸੀਂ ਵੱਡੇ ਆ, ਸਾਡੇ ਸਿੱਖਿਆ ਤੋਂ ਬਿਨਾਂ ਮੁਕਤੀ ਹੋਣ ਹੀ ਨਹੀਂ ਲੱਗੀ। ਦੱਸਦੇ ਆ ਕਬੀਰ ਸਾਹਿਬ ਨੂੰ ਪੁੱਛਦੇ ਆ ਫਿਰ ਕਬੀਰ ਤੇਰਾ ਕੀ ਨਿਸ਼ਚਾ, ਤੇ ਫਰਮਾਉਂਦੇ ਹਨ, ਅਵਲ ਅੱਲਾਹ ਨੂਰ ਉਪਾਇਆ। ਕਬੀਰ ਸਾਹਿਬ ਜੀ ਕਹਿੰਦੇ ਅਵਲ ਅੱਲਾਹ ਨੂਰ ਉਪਾਇਆ। ਅਵਲ ਜੋ ਆਦ ਹੈ ਸਾਰਿਆਂ ਦਾ, ਜੋ ਸਭ ਤੋਂ ਪਹਿਲਾਂ, ਉਸ ਤੋਂ ਪਹਿਲਾਂ ਤਾਂ ਕੋਈ ਚੀਜ਼ ਨਹੀਂ। ਆਦ ਰੂਪ ਤਾਂ ਪਰਮੇਸ਼ਰ ਹੈ ਕਿ ਜਾਂ ਪਹਿਲੋਂ ਕੋਈ ਹਿੰਦੂ ਆਇਆ ਸੀ ਜਾਂ ਮੁਸਲਮਾਨ ਆਇਆ ਸੀ। ਅਵਲ ਆਦ ਤਾਂ ਸਾਰਿਆਂ ਦਾ ਪਰਮੇਸ਼ਰ ਹੈ ਤੇ ਉਸ ਪਰਮੇਸ਼ਰ ਨੇ ਨੂਰ ਕੀ ਪ੍ਰਕਾਸ਼ ਪੈਦਾ ਕੀਤਾ, ਆਪਣੀ ਚੇਤਨ ਸੱਤਾ ਦਾ ਪ੍ਰਕਾਸ਼ ਪੈਦਾ ਕੀਤਾ। ਹਜੂਰ ਬਾਣੀ ਦੇ ਅੰਦਰ ਕਹਿੰਦੇ ਆ, ਸਾਚੇ ਤੇ ਪਵਨਾ ਭਇਆ, ਪਵਨਾ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ, ਘਟ ਘਟ ਜੋਤ ਸਮੋਏ। ਕਬੀਰ ਸਾਹਿਬ ਜੀ ਕਹਿੰਦੇ ਨੇ ਅੱਲਾ ਨੇ, ਪਰਮੇਸ਼ਰ ਨੇ, ਜਿਹਨੂੰ ਤੁਸੀਂ ਕਾਜੀ ਸਾਹਿਬ ਜੀ ਅੱਲਾ ਕਹਿੰਦੇ ਹੋ ਨਾ, ਅਸੀਂ ਉਹਨੂੰ ਤੁਸੀਂ ਕਹਿਣ ਮਾਤਰ ਅੱਲਾ ਕਹਿੰਦੇ ਆ। ਅੱਲਾ ਦੇ ਅਰਥ ਹੁੰਦੇ ਆ ਪਵਿੱਤਰ, ਅਸਲੀ। ਕਹਿੰਦੇ ਆ ਉਹੋ ਹੀ ਕੇਵਲ ਪਵਿੱਤਰ ਹੈ, ਅਸਲੀ ਹੈ। ਉਸ ਅੱਲਾ ਨੇ ਹੀ ਆਪਣੇ ਆਪ ਤੋਂ ਨੂਰ ਕੀ ਹੈ, ਚੇਤਨ ਸੱਤਾ ਦਾ ਪ੍ਰਕਾਸ਼ ਜਿਹੜਾ ਸੀ ਪੈਦਾ ਕੀਤਾ। ਕੁਦਰਤ ਕੇ ਸਭ ਬੰਦੇ, ਫਿਰ ਆਪਣੀ ਕੁਦਰਤ ਸ਼ਕਤੀ ਦੇ ਨਾਲ ਮਾਇਆ ਬਣਾਈ ਤੇ ਮਾਇਆ ਦੇ ਉੱਤੋਂ 3 ਗੁਣ ਜਿਹੜੇ ਸੀ ਮਾਇਆ ਦੇ ਵਿੱਚੋਂ ਪੈਦਾ ਕੀਤੇ। ਜਿਹੜਾ ਬ੍ਰਹਮ ਦਾ ਆਭਾਸ ਮਾਇਆ ਵਿੱਚ ਪੈਂਦਾ ਨਾ, ਇਹ ਆਭਾਸ ਪੈਂਦਿਆਂ ਹੀ ਮਾਇਆ ਦੇ 3 ਗੁਣਾਂ ਦੇ ਸਹਿਤ ਹੋ ਜਾਂਦੀ ਹੈ ਮਾਇਆ। ਤੇ ਸਾਧ ਸੰਗਤ ਜੀ,
ਇਹ ਅੱਗੋਂ ਕੁਦਰਤ ਨੇ, ਸ਼ਕਤੀ ਨੇ ਫਿਰ ਸਾਰੇ ਜੀਵ ਜਿਹੜੇ ਆ ਪੈਦਾ ਕਰ ਦਿੱਤੇ ਆ। ਜਿਹੜੇ ਦੇਵਤੇ ਆ ਉਹ ਸਤੋਗੁਣੀ ਪ੍ਰਧਾਨ ਹੈ, ਜਿਹੜੇ ਜੀਵ ਆ ਉਹ ਰਜੋਗੁਣੀ ਪ੍ਰਧਾਨ ਹੈ, ਤੇ ਜਿਹੜੇ ਪਸ਼ੂ ਪੰਛੀ ਹੈ ਦੈਂਤ ਹਨ ਇਹ ਤਮੋਗੁਣੀ ਪ੍ਰਧਾਨ ਹਨ। ਵੈਸੇ ਇਹਨਾਂ ਵਿੱਚ ਸਾਧ ਸੰਗਤ ਜੀ ਸਾਰੇ ਮਿਸ਼ਰਤ ਹੈ। ਜਿਹੜਾ ਇੱਕ ਕੋਈ ਜੀਵ ਹੈ ਉਹਦੇ ਵਿੱਚ ਮਾਇਆ ਦਾ ਇੱਕ ਗੁਣ ਪ੍ਰਬਲ ਹੁੰਦਾ ਹੈ, ਬਾਕੀ ਦੋ ਘੱਟ ਹੁੰਦੇ ਆ। ਕਿਸੇ 'ਚ ਤਮੋ ਗੁਣ ਜ਼ਿਆਦਾ ਤੇ ਰਜੋ ਸਤੋ ਘੱਟ ਹੁੰਦੇ ਆ। ਜਿਹਦੇ 'ਚ ਸਤੋ ਜ਼ਿਆਦਾ ਹੈ ਤੇ ਰਜੋ ਤੇ ਤਮੋ ਗੁਣ ਘੱਟ ਹੁੰਦੇ ਆ। ਇਹਨਾਂ ਮਾਇਆ ਦੇ ਤਿੰਨਾਂ ਗੁਣਾਂ ਕਰਕੇ ਜੀਵਾਂ ਦੇ ਸੁਭਾਅ, ਉਹਨਾਂ ਦੇ ਪਹਿਰਨ ਦਾ ਢੰਗ, ਉਹਨਾਂ ਦੇ ਖਾਣ ਦਾ ਸਾਧ ਸੰਗਤ ਜੀ ਤਰੀਕਾ, ਇਹ ਮਾਇਆ ਦੇ ਤਿੰਨਾਂ ਗੁਣਾਂ ਕਰਕੇ ਹੀ ਵਰਤਦਾ ਹੈ। ਜਿਹੜੇ ਰਜੋਗੁਣੀ ਸੁਭਾਅ ਵਾਲੇ ਹੁੰਦੇ ਆ ਉਹ ਸਾਧ ਸੰਗਤ ਜੀ ਬਹੁਤ ਠਾਠ ਬਾਠ ਨਾਲ ਪਹਿਨਣਾ, ਰਾਜਸੀ ਸੁਭਾਅ ਰੱਖ ਕੇ ਹੁਕਮਰਾਨਾਂ ਦੀ ਤਰ੍ਹਾਂ ਜਿਉਣਾ ਪਸੰਦ ਕਰਦੇ ਆ। ਤੇ ਜਿਹੜੇ ਤਮੋ ਗੁਣੀ ਹੁੰਦੇ ਆ ਉਹ ਜਿਹੋ ਜਿਹਾ ਮਰਜੀ ਚੜਕੀਲਾ ਭੜਕੀਲਾ ਖਾਣਾ ਤੇ ਪਹਿਨਣਾ ਪਸੰਦ ਕਰਦੇ ਆ। ਪੇਟ ਭਰਿਓ ਪਸ਼ੂਆ ਜਿਉ ਸੋਇਓ, ਮਾਨੁਖ ਜਨਮ ਹੈ ਹਾਰਿਓ, ਇਹ ਹਾਲਤ ਹੁੰਦੀ ਹੈ। ਜਿਹੜੇ ਸਤੋਗੁਣੀ ਪ੍ਰਧਾਨ ਹੁੰਦੇ ਆ ਚਿੱਤ ਸ਼ਾਂਤ ਰੱਖਦੇ ਆ, ਮਿੱਠਾ ਬੋਲਦੇ ਆ, ਪਰ ਫਿਰ ਵੀ ਆਪਣੀ ਵਡਿਆਈ ਦੀ ਇੱਛਾ ਰਹਿੰਦੀ ਹੈ ਕਿ ਮੇਰੇ ਨਾਮ ਦੇ ਡੰਕੇ ਖੜਕਦੇ ਰਹਿਣ। ਇਸ ਤਰ੍ਹਾਂ ਇਹ ਮਾਇਆ ਦੇ ਤਿੰਨ ਗੁਣ ਹੀ ਹੈ, ਜਿੱਥੋਂ ਸਾਰੇ ਜਿਹੜੇ ਆ ਨਾ, ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ। ਇਹ ਸਭ ਬੰਦੇ ਜਿਹੜੇ ਜੀਵ ਹਨ ਕੁਦਰਤ ਨੇ ਆਪਣੀ ਸ਼ਕਤੀ ਤੋਂ ਪੈਦਾ ਕੀਤੇ ਆ। ਏਕ ਨੂਰ ਤੇ ਸਭ ਜਗ ਉਪਜਿਆ। ਇੱਕ ਚੇਤਨ ਸੱਤਾ ਦੇ ਨੂਰ ਤੋਂ, ਪ੍ਰਕਾਸ਼ ਤੋਂ ਕਬੀਰ ਸਾਹਿਬ ਜੀ ਕਹਿੰਦੇ ਸਾਰਾ ਜਗਤ ਜਿਹੜਾ ਉਪਜਿਆ। ਜਾਂ ਤੇ ਜੇ ਤਾਂ ਕਾਜੀ ਸਾਹਿਬ ਤੁਸੀਂ ਕਹਿੰਦੇ ਮੁਸਲਮਾਨ ਵੱਖਰੇ ਆ, ਫਿਰ ਕਹੋ ਤੁਸੀਂ ਕਿ ਤੁਸੀਂ ਕਿਸੇ ਹੋਰ ਤੋਂ ਜਨਮੇ ਆ, ਕਿਸੇ ਹੋਰ ਚੀਜ਼ ਤੋਂ ਪੈਦਾ ਹੋਏ ਆ। ਨਹੀਂ, ਇਹ ਤਾਂ ਮੰਨਣਾ ਹੀ ਪਊਗਾ ਨਾ, ਕਿਉਂਕਿ ਕੁਰਾਨ ਵੀ ਮੰਨਦੀ ਹੈ ਕਿ ਅੱਲਾ ਦੇ ਜਲਵੇ ਤੋਂ ਸਭ ਕੁਝ ਹੋਇਆ। ਤੇ ਫਿਰ ਕਹਿੰਦੇ ਤੁਸੀਂ ਕਿਵੇਂ ਦਾਅਵਾ ਕਰੀ ਜਾਂਦੇ ਹੋ ਹਿੰਦੂ ਵੱਖਰੇ ਆ ਅਸੀਂ ਵੱਖਰੇ ਆ, ਇਹ ਕਿਵੇਂ ਦਾਅਵਾ ਕਰਦੇ ਹੋ? ਇਸ ਪ੍ਰਕਾਰ ਕਹਿੰਦੇ ਆ, ਫਿਰ ਪੜ੍ਹਦੇ ਹੋ। ਏਕ ਨੂਰ ਤੇ ਸਭ ਜਗ ਉਪਜਿਆ। ਇੱਕ ਅੱਲਾ ਦੇ ਨੂਰ ਪ੍ਰਕਾਸ਼ ਤੋਂ ਹੀ ਸਾਰਾ ਜਗਤ ਜਿਹੜਾ ਹੈ ਇਹ ਉਪਜਿਆ ਹੈ, ਪੈਦਾ ਹੋਇਆ ਹੈ। ਕੌਣ ਭਲੇ ਕੋ ਮੰਦੇ। ਦੱਸੋ ਫਿਰ ਕਿਹਨੂੰ ਭਲਾ ਕਹਿ ਦਈਏ ਤੇ ਕਿਹਨੂੰ ਮੰਦਾ ਕਹੀਏ? ਤੁਹਾਨੂੰ ਚੰਗਾ ਕਹੀਏ ਤੇ ਹਿੰਦੂਆਂ ਨੂੰ ਮੰਦਾ ਕਿਵੇਂ ਕਹਿ ਦਈਏ, ਜਾਂ ਹਿੰਦੂਆਂ ਨੂੰ ਚੰਗਾ ਤੇ ਤੁਹਾਨੂੰ ਮੰਦਾ ਕਿਵੇਂ ਕਹਿ ਦਈਏ? ਕਬੀਰ ਸਾਹਿਬ ਜੀ ਕਹਿੰਦੇ ਭਾਈ ਇਹ ਸਾਡੀ ਨਿਗਾਹ 'ਚ ਤਾਂ ਸਾਰਾ ਕੁਝ ਇੱਕ ਹੀ ਇੱਕ ਹੈ। ਸਾਨੂੰ ਤਾਂ ਦਵੈਤ ਨਹੀਂ ਭਾਸ ਰਹੀ, ਤੁਹਾਨੂੰ ਇਹ ਦਵੈਤ ਕਿਉਂ ਭਾਸ ਰਹੀ ਹੈ? ਜਦੋਂ ਅੱਲਾ ਦੇ ਇੱਕ ਨੂਰ ਤੋਂ ਹੀ ਸਾਰੇ ਪੈਦਾ ਹੋਏ ਐ, ਫਿਰ ਕਿਹਨੂੰ ਭਲਾ ਕਹੀਏ ਤੇ ਕਿਹਨੂੰ ਮਾੜਾ ਕਹਿ ਦਈਏ? ਲੋਗਾ ਪਰਮ ਨਾ ਭੁਲਹ ਪਾਏ। ਇਹ ਲੋਗੋ ਸੰਸਾਰ ਦੇ ਜੀਓ, ਗਿਆਤ ਰੱਖਣ ਵਾਲਿਓ, ਇਸ ਭਰਮ ਦੇ ਵਿੱਚ ਭੁੱਲ ਨਾ ਕਰੋ ਕਿ ਅਸੀਂ ਮਹਾਨ ਆ, ਅਸੀਂ ਬੜੇ ਵੱਡੇ ਆ, ਬਾਕੀ ਕੀੜੇ ਮਕੌੜੇ ਆ। ਅੱਜ ਜਾਤੀਵਾਦ ਸੰਸਾਰ ਦੇ ਅੰਦਰ ਕਿਵੇਂ ਫੈਲਿਆ ਹੋਇਆ। ਸਾਧ ਸੰਗਤ ਜੀ, ਜਿਨ੍ਹਾਂ ਨੂੰ ਕਿਸੇ ਨੇ ਸੰਸਾਰ ਦੇ ਅੰਦਰ ਪੁੱਛਣਾ ਨਹੀਂ ਸੀ ਨਾ, ਕੋਈ ਆਪਣੇ ਬਰਾਬਰ ਨਹੀਂ ਸੀ ਬਹਿਣ ਦਿੰਦਾ। ਥੋੜੀਆਂ ਖਬਰਾਂ ਸੁਣੀਆਂ ਸੀ, ਲਾਤੂਰ ਲਾਗੇ ਪੈਂਦਾ, ਕੋਈ ਸਾਧ ਸੰਗਤ ਜੀ ਜਿਹੜੇ ਗਰੀਬ ਸੀ ਨਾ, ਉਹ ਮੰਦਿਰ ਵਿੱਚ ਮੱਥਾ ਟੇਕਣ ਚਲੇ ਗਏ। ਉਹ ਸ਼ਾਦੀ ਸੀਗੀ ਤੇ ਜਿਸ ਲੜਕੀ ਦੀ ਸ਼ਾਦੀ ਸੀ ਉਹਦੀ ਮਾਤਾ ਸੀ ਨਾਲ, ਵਿਚਾਰੇ ਦਲਿਤ ਸਨ, ਤੇ ਸਾਰੇ ਪਿੰਡ ਨੇ ਬਾਹਰ ਕੱਢ ਕਰਕੇ ਸਾਧ ਸੰਗਤ ਜੀ ਉਥੋਂ ਦੇ ਜਿਹੜੇ ਧਰਮ ਦੇ ਠੇਕੇਦਾਰ ਸੀ, ਉਸ ਵਿਆਹੁਤਾ ਔਰਤ ਨੂੰ ਤੇ ਉਸ ਦੀ ਮਾਤਾ ਨੂੰ ਸ਼ਰੇਆਮ ਕੁੱਟਿਆ, ਬਹੁਤ ਮਾਰ ਕੀਤੀ ਕਿ ਮੰਦਿਰ ਵਿੱਚ ਕਿਉਂ ਗਏ ਆ। ਕੇਵਲ ਗੁਰੂ ਨਾਨਕ ਸਾਹਿਬ ਦਾ ਦਰ ਹੈ, ਜਿੱਥੇ ਸਾਧ ਸੰਗਤ ਜੀ ਕਿਸੇ ਨੂੰ ਆਉਣ ਲੱਗਿਆ ਜਾਤ ਨਹੀਂ ਪੁੱਛੀ ਜਾਂਦੀ ਕਿ ਤੇਰੀ ਜਾਤੀ ਕਿਹੜੀ ਹੈ। ਲੰਗਰ ਵਿੱਚ ਬੈਠਣ ਲੱਗਿਆ ਇਹ ਨਹੀਂ ਪੁੱਛਿਆ ਜਾਂਦਾ ਤੂੰ ਸ਼ੂਦਰ ਹੈ, ਬ੍ਰਾਹਮਣ ਹੈ, ਖੱਤਰੀ ਹੈ, ਵੈਸ਼ ਹੈ, ਕੌਣ ਹੈ? ਕਹਿੰਦੇ ਨਹੀਂ, ਸਾਡੇ ਸਤਿਗੁਰੂ ਨੇ ਕਿਹਾ ਮਾਨਸ ਕੀ ਜਾਤ ਸਭ ਹੈ ਕੇ ਪਹਿਚਾਨਬੋ। ਬੈਠੋ ਇੱਥੇ ਲਾਓ ਜੀ, ਲੰਗਰ ਛਕੋ ਜੀ, ਖੀਰ ਜੀ, ਪ੍ਰਸ਼ਾਦਾ ਜੀ, ਸਭ ਨੂੰ ਇੱਕੋ ਜਿਹਾ ਹੀ ਵਰਤਾਇਆ ਜਾਂਦਾ ਹੈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸੰਸਾਰ ਨੂੰ ਆਖਿਆ। ਕਬੀਰ ਸਾਹਿਬ ਜੀ ਕਹਿੰਦੇ ਸੰਸਾਰ ਦੇ ਲੋਕੋ ਭਰਮ ਵਿੱਚ ਨਾ ਪਵੋ, ਭੁਲੇਖੇ ਵਿੱਚ ਨਾ ਪਵੋ, ਕਿਉਂਕਿ ਜਿੰਨੇ ਭੁਲੇਖੇ ਵਿੱਚ ਆ ਨਾ ਦਵਾਇਤ ਤਾਂ ਹੀ ਹੈ। ਇਹ ਸੰਸਾਰ ਦੇ ਅੰਦਰ ਲੜਾਈਆਂ ਤੇ ਝਗੜੇ ਤਾਂ ਹੀ ਹੈ। ਕਬੀਰ ਸਾਹਿਬ ਜੀ ਕਹਿੰਦੇ ਭਾਈ ਭਰਮ ਵਿੱਚ ਨਾ ਪਵੋ, ਭੁਲੇਖੇ 'ਚ ਨਾ ਪਵੋ।
ਖਾਲਿਕ ਖਲਕ ਖਲਕ ਮੈਂ ਖਾਲਿਕ। ਕਹਿੰਦੇ ਨੇ ਇਹ ਜਿਹੜੀ ਖਲਕਤ ਹੈ ਨਾ, ਇਹ ਜਿਹੜੀ ਦੁਨੀਆ ਹੈ, ਖਾਲਕ ਖਲਕ ਖਲਕ ਮੈਂ ਖਾਲਕ, ਕਹਿੰਦੇ ਜਿਹੜੀ ਇਹ ਖਲਕਤ ਦੁਨੀਆ ਨਾ, ਇਹ ਪਰਮੇਸ਼ਰ ਤੋਂ ਪੈਦਾ ਹੋਈ ਹੈ ਤੇ ਖਲਕ ਮੈਂ ਖਾਲਕ, ਇਸ ਖਲਕਤ ਦੇ ਅੰਦਰ ਹੀ ਖਾਲਕ ਆਪ ਵਸਿਆ ਹੋਇਆ ਹੈ, ਉਹਦੇ ਤੋਂ ਬਣੀ ਹੈ ਤੇ ਉਹਦੇ ਵਿੱਚ ਹੀ ਵਸੀ ਹੋਈ ਹੈ। ਜਿਵੇਂ ਸਾਧ ਸੰਗਤ ਜੀ ਸੋਨਾ ਹੁੰਦਾ ਹੈ ਨਾ, ਸੋਨੇ ਦਾ ਗਹਿਣਾ, ਤੇ ਉਹਦੇ ਵਿੱਚ ਹੀਰਾ ਜੜਿਆ ਹੋਵੇ, ਮੋਤੀ ਜੜਿਆ ਹੋਵੇ, ਉਹਦਾ ਆਸਰਾ ਕੀ ਹੈ? ਸੋਨਾ, ਸੋਨੇ ਦੇ ਉੱਤੇ ਹੀ ਜੜਿਆ ਹੋਇਆ ਨਾ। ਇਸ ਤਰ੍ਹਾਂ ਇਹ ਜਿਹੜੀ ਖਲਕਤ ਹੈ ਨਾ, ਇਹ ਜਿਹੜੀ ਕਾਇਨਾਤ ਹੈ, ਇਹਦਾ ਆਧਾਰ ਪਰਮੇਸ਼ਰ ਹੈ। ਇਹ ਪਰਮੇਸ਼ਰ ਵਿੱਚ ਅਧਿਆਸਤ ਰੂਪ ਹੋ ਕਰਕੇ ਸਥਾਪਿਤ ਹੋ ਰਹੀ ਹੈ, ਪਰਮੇਸ਼ਰ ਤੋਂ ਵੱਖਰੀ ਨਹੀਂ ਹੈ। ਹਜੂਰ ਨੇ ਵੀ ਕਿਹਾ ਸੀ ਨਾ ਕਿ ਖਲਕ ਖਾਲਕ ਕੀ ਜਾਣ ਕੈ, ਖਲਕ ਦੁਖਾਵੈ ਨਾ ਹੈ, ਖਲਕ ਕੋਪੇ ਨੰਦ ਲਾਲ ਜੀ, ਖਲਕ ਦੁਖੈ ਨੰਦ ਲਾਲ ਜੀ, ਖਾਲਕ ਕੋਪੈ ਤਾਹੇ। ਭਾਈ ਨੰਦ ਲਾਲ ਜੀ ਦੇ ਬਚਨ ਜੋ ਗੁਰੂ ਹਜੂਰ ਨੇ ਕਹੇ, ਮਹਾਰਾਜ ਕਹਿੰਦੇ ਨੇ ਕਿ ਭਾਈ ਨੰਦ ਲਾਲ ਜੀ, ਖਲਕ ਖਾਲਕ ਕੀ ਜਾਣ ਕੈ, ਇਹ ਜਿਹੜੀ ਖਲਕਤ ਦੁਨੀਆ ਨਾ, ਇਹਨੂੰ ਪਰਮੇਸ਼ਰ ਦਾ ਰੂਪ ਜਾਣ ਕਰਕੇ ਖਲਕ ਦੁਖਾਵੈ ਨਾ ਹੈ, ਦੁਨੀਆ ਨੂੰ ਦੁੱਖ ਨਾ ਦੇਵੇ, ਸੰਸਾਰ ਨੂੰ। ਖਲਕ ਕੁਪਹਿ ਨੰਦ ਲਾਲ ਜੀ, ਜੋ ਖਲਕ ਦੁੱਖ ਹੈ ਨੰਦ ਲਾਲ ਜੀ। ਮਹਾਰਾਜ ਕਹਿੰਦੇ ਹੈ ਨੰਦ ਲਾਲ ਜੀ, ਜੇ ਕਿਤੇ ਖਲਕਤ ਦੁਖੀ ਹੋ ਜੇ ਨਾ ਤੇ ਖਾਲਕ ਕੋਪੈ ਤਾਹੇ, ਉਹਦੇ ਉੱਤੇ ਪਰਮੇਸ਼ਰ ਹੀ ਫਿਰ ਕਰੋਪ ਹੋ ਜਾਂਦਾ ਹੈ, ਉਹਦੇ ਉੱਤੇ ਪਰਮੇਸ਼ਰ ਖਫੇ ਹੋ ਜਾਂਦਾ ਹੈ। ਇਹ ਜਿਹੜਾ ਸਾਰਾ ਸੰਸਾਰ ਹੈ, ਸਤਿਗੁਰੂ ਜੀ ਕਹਿੰਦੇ ਨੇ ਇਹ ਸੰਸਾਰ ਪਰਮੇਸ਼ਰ ਦਾ ਰੂਪ ਹੈ। ਹਜੂਰ ਕਹਿੰਦੇ ਨੇ ਉਹਦੇ ਤੋਂ ਪੈਦਾ ਹੋਈ ਹੈ, ਉਹਦੇ ਵਿੱਚ ਹੀ ਸਾਧ ਸੰਗਤ ਜੀ ਅਧਿਆਸਤ ਰੂਪ ਹੋ ਕਰਕੇ ਕਲਪਤ ਹੈ ਇਹ ਸਾਰੀ ਜਿੰਨੀ ਕਾਇਨਾਤ ਹੈ। ਹੋਰ ਰਹਿਓ ਸਭ ਠਾਏ, ਸਾਰਿਆਂ ਥਾਵਾਂ ਤੇ ਉਹ ਪਰਿਪੂਰਨ ਹੋ ਰਿਹਾ, ਪਰਮੇਸ਼ਰ ਵਿਆਪਕ ਹੋ ਰਿਹਾ ਹੈ। ਵਿਸ਼ਰਾਮ ਦੇ ਕਰਕੇ ਫਰਮਾਉਂਦੇ ਹਨ, ਮਾਟੀ ਏਕ ਅਨੇਕ ਭਾਂਤ ਕਰ। ਹੁਣ ਕਬੀਰ ਸਾਹਿਬ ਜੀ ਪ੍ਰਮਾਣ ਦਿੰਦੇ ਆ, ਕਹਿੰਦੇ ਭਾਈ ਮਿੱਟੀ ਤਾਂ ਇੱਕੋ ਹੀ ਹੁੰਦੀ ਹੈ, ਉਹਨੂੰ ਅਨੇਕਾਂ ਤਰੀਕਿਆਂ ਦੇ ਨਾਲ ਸਾਜੇ ਸਾਜਨਹਾਰ, ਜਿਹੜਾ ਉਹਦਾ ਸਿਰਜਣਹਾਰ ਘੁਮਿਆਰ ਹੈ, ਉਹਨੂੰ ਸਿਰਜਦਾ ਹੈ, ਭਾਂਡੇ ਬਣਾ ਦਿੰਦਾ ਏ ਤੇ ਕਈ ਤਰ੍ਹਾਂ ਦੀਆਂ ਸ਼ਕਲਾਂ ਭਾਂਡਿਆਂ ਨੂੰ ਦੇ ਦਿੰਦਾ ਏ। ਨਾ ਕਛ ਪੋਛ ਮਾਟੇ ਕੇ ਭਾਂਡੇ, ਕਹਿੰਦੇ ਉਸ ਮਾਟੀ ਦੇ ਮਿੱਟੀ ਦੇ ਭਾਂਡੇ ਦੇ ਅੰਦਰ ਕੋਈ ਪੋਚ ਊਣਤਾਈ ਨਿਊਣਤਾਈ ਤੇ ਨਹੀਂ ਨਾ, ਉਹ ਭਾਂਡਾ ਜਿਹੜਾ ਹੈ ਉਹਦੇ ਅੰਦਰ ਕੋਈ ਉਹ ਨਿਊਣਤਾਈ ਨਹੀਂ ਰਹਿਣ ਦਿੰਦਾ। ਨਾ ਕਛ ਪੋਛ ਕੁੰਭਾਰ, ਤੇ ਨਾ ਹੀ ਉਸ ਘੁਮਿਆਰ ਦੇ ਅੰਦਰ ਕੋਈ ਨਿਊਣਤਾਈ ਹੈ, ਉਹਦੇ ਇੱਕੇ ਹੱਥਾਂ ਨਾਲ ਹੀ ਸਭ ਕੁਝ ਬਣ ਰਿਹਾ ਨਾ। ਉਹ ਫਰਕ ਹੈ ਇਸ ਪ੍ਰਕਾਰ, ਮਿੱਟੀ ਵੀ ਉਹੋ ਹੀ ਹੈ, ਤੋਂ ਅੰਤਰੀਵ ਦੱਸਦੇ ਹਨ ਫਿਰ ਮਾਟੀ। ਨਾ ਕਛ ਪੋਛ ਮਾਟੇ ਕੇ ਭਾਂਡੇ, ਮਾਟੀ ਏਕ ਅਨੇਕ ਭਾਂਤ ਕਰ। ਮਾਟੀ ਏਕ ਅਨੇਕ ਭਾਂਤ ਕਰ। ਸਾਧ ਸੰਗਤ ਜੀ, ਇਹ ਮਿੱਟੀ ਕੀ ਹੈ? ਪੰਜਾਂ ਤੱਤਾਂ ਦੀ ਮਿੱਟੀ ਹੈ ਤੇ ਅਨੇਕਾਂ ਭਾਂਤਾਂ ਦੇ ਕੀ ਹੈ? ਸਾਡੇ ਕਿਸੇ ਦਾ ਨੱਕ ਕਿਸੇ ਨਾਲ ਨਹੀਂ ਰਲਦਾ, ਅੱਖਾਂ ਕਿਸੇ ਦੀਆਂ ਕਿਸੇ ਨਾਲ ਨਹੀਂ ਰਲਦੀਆਂ। ਹੁਣ ਕਹਿੰਦੇ ਆ ਜਿੱਥੇ ਫਿੰਗਰਪ੍ਰਿੰਟ ਲੈਂਦੇ ਹੁੰਦੇ, ਹੁਣ ਅੱਖਾਂ ਦਾ ਵੀ ਸਾਧ ਸੰਗਤ ਜੀ ਉਹ ਲੈਂਦੇ ਆ ਕਿ ਕਿਸੇ ਵੀ ਮਨੁੱਖ ਦੀ ਅੱਖ ਨਹੀਂ ਇੱਕ ਦੂਸਰੇ ਨਾਲ ਰਲਦੀ। ਵੇਖੋ ਅਨੇਕਾਂ ਹੀ ਭਾਂਤਾਂ ਦੇ ਭਾਂਡੇ ਜਿਹੜੇ ਆ, ਇਹ ਚਾਰ ਜਿਹੜੀਆਂ ਖਾਣੀਆਂ ਮੰਨੀਆਂ ਨੇ, ਉਹਨਾਂ ਦੇ ਸਰੀਰ ਜਿਹੜੇ ਆ ਘੜ ਦਿੱਤੇ ਆ ਭਾਂਡਿਆਂ ਰੂਪ। ਸਾਜੇ ਸਾਜਨਹਾਰ, ਸਿਰਜਣਹਾਰ ਈਸ਼ਵਰ ਨੇ ਸਾਜ ਦਿੱਤੀ ਹੈ, ਸਿਰਜ ਦਿੱਤੀ ਹੈ ਸਾਰੀ ਕਾਇਨਾਤ। ਨਾ ਕਛ ਪੋਛ ਮਾਟੇ ਕੇ ਭਾਂਡੇ, ਕਹਿੰਦੇ ਮਿੱਟੀ ਦੇ ਭਾਂਡੇ ਸਰੀਰ ਦੇ ਵਿੱਚ ਕੋਈ ਨਿਊਣਤਾਈ ਤੇ ਨਹੀਂ ਰੱਖੀ ਕਿ ਕਿਸੇ ਦਾ ਪਰਮੇਸ਼ਰ ਨੇ ਸਰੀਰ 4 ਤੱਤਾਂ ਤੋਂ ਬਣਾਇਆ ਹੋਵੇ ਜਾਂ ਕਿਸੇ ਦਾ 6 ਤੱਤਾਂ ਤੋਂ ਬਣਾਇਆ ਹੋਵੇ। ਨਹੀਂ, ਇਹ ਬਰਾਬਰਤਾ ਹੈ। ਸਾਰਿਆਂ ਦੇ ਸਰੀਰ 5 ਤੱਤਾਂ ਰੂਪੀ ਮਿੱਟੀ ਤੋਂ ਹੀ ਪਰਮੇਸ਼ਰ ਨੇ ਬਣਾਏ ਹੈ। ਇਹ ਸਰੀਰ ਰੂਪੀ ਭਾਂਡੇ ਵਿੱਚ ਤੱਤਾਂ ਦੀ ਕੋਈ ਨਿਊਣਤਾਈ ਮਹਾਰਾਜ ਨੇ ਨਹੀਂ ਰੱਖੀ ਹੈ। ਨਾ ਕਛ ਪੋਛ ਕੁਮਾਰ, ਸਾਧ ਸੰਗਤ ਜੀ, ਨਾ ਹੀ ਕੁਛ ਨਿਊਣਤਾਈ ਉਸ ਈਸ਼ਵਰ ਰੂਪੀ ਘੁਮਿਆਰ ਦੇ ਅੰਦਰ ਹੈ। ਉਹਦੇ ਅੰਦਰ ਕੋਈ ਨਿਊਣਤਾਈ ਨਹੀਂ, ਕੋਈ ਘਾਟ ਨਹੀਂ ਹੈ। ਉਸਨੇ ਇੱਕੋ ਜਿਹਾ ਸਭ ਨੂੰ ਸਿਰਜਿਆ ਹੋਇਆ ਹੈ। ਹਾਂ, ਇਹ ਜ਼ਰੂਰ ਫਰਕ ਹੈ, ਜਿਵੇਂ ਸੱਚੇ ਪਾਤਸ਼ਾਹ ਜੀ ਨੇ ਕਿਹਾ ਨਾ ਕਿ ਆਪੇ ਭਾਂਡੇ ਸਾਜਨ ਆਪੇ ਪੂਰਨ ਦੇ, ਇੱਕ ਨੀ ਦੁੱਧ ਸਮਾਈਐ ਇੱਕ ਚੁੱਲ੍ਹਾ ਰਹਿਣ ਚੜੇ।
ਸੰਗਤ ਕਰਕੇ ਸਾਧ ਸੰਗਤ ਜੀ ਵਖਰੇਵਾ ਹੁੰਦਾ ਹੈ। ਕਹਿੰਦੇ ਨੇ ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ, ਜਿਹੋ ਜੀ ਦ੍ਰਿਸ਼ਟੀ ਹੁੰਦੀ ਉਹੋ ਜੀ ਸ੍ਰਿਸ਼ਟੀ ਭਾਸਦੀ ਹੈ। ਕਬੀਰ ਸਾਹਿਬ ਜੀ ਨੇ ਵੀ ਕਿਹਾ, ਕਬੀਰ ਮਨ ਪੰਖੀ ਭਇਆ ਉੱਡ ਉੱਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ। ਜੇ ਹੁਣ ਸਾਧ ਸੰਗਤ ਜੀ ਕੋਈ ਕੁਸੰਗਤ ਹੀ ਕਰੀ ਜਾਵੇ ਤੇ ਵੇਖੋ ਉਹਦੇ ਭਾਂਡੇ 'ਚ ਜੋ ਪਾ ਰਿਹਾ ਉਹ ਹੀ ਨਿਕਲੂਗਾ ਨਾ। ਉਸ ਦਾ ਸਰੀਰ ਰੂਪੀ ਭਾਂਡਾ ਉਸੇ ਤਰ੍ਹਾਂ ਦਾ ਹੀ ਫਿਰ ਹੋ ਜਾਂਦਾ। ਇਹ ਫਰਕ ਜ਼ਰੂਰ ਹੈ, ਪਰ ਜਿਹੜੀ ਸਿਰਜਣਾ ਕੀਤੀ ਹੈ ਨਾ ਪਰਮੇਸ਼ਰ ਨੇ, ਕਬੀਰ ਸਾਹਿਬ ਜੀ ਕਹਿੰਦੇ ਨੇ ਉਹ ਪੰਜਾਂ ਤੱਤਾਂ ਰੂਪੀ ਮਿੱਟੀ ਇੱਕੋ ਹੀ ਆ, ਕੋਈ ਨਿਉਣਤਾ ਹੀ ਨਹੀਂ ਰੱਖੀ, ਕੋਈ ਫਰਕ ਨਹੀਂ ਰੱਖਿਆ। ਤੇ ਜਿਹੜਾ ਤਿਆਰ ਕਰ ਰਿਹਾ ਹੈ ਉਹ ਨਹੀਂ ਕਹਿ ਰਿਹਾ ਕਿ ਹੁਣ ਕਿਸੇ ਹੋਰ ਨੂੰ ਕਿ ਤੂੰ ਤਿਆਰ ਕਰ, ਨਹੀਂ, ਉਹਦੇ 'ਚ ਵੀ ਕੋਈ ਨਿਉਣਤਾ ਹੀ ਨਹੀਂ। ਉਹਨੇ ਸਭ ਨੂੰ ਇੱਕੋ ਜਿਹਾ ਹੀ ਤਿਆਰ ਕੀਤਾ। ਬਾਹਰੋਂ ਸ਼ਕਲਾਂ ਕਰਕੇ ਭਾਂਡਿਆਂ ਦਾ ਭਾਵੇਂ ਫਰਕ ਹੁੰਦਾ ਹੈ, ਸ਼ਕਲਾਂ ਕਰਕੇ ਲੋਕ ਨਫ਼ਰਤ ਕਰੀ ਜਾਂਦੇ ਆ, ਇਹ ਚੀਨਾ ਹੈ, ਇਹ ਅੰਗਰੇਜ਼ ਹੈ, ਇਹ ਕਾਲਾ ਹੈ, ਇਹ ਦੇਸੀ ਹੈ, ਵਲੈਤੀ ਹੈ। ਤੇ ਸਾਧ ਸੰਗਤ ਜੀ ਹਜੂਰ ਨੇ ਕਿਹਾ ਬਾਹਰੋਂ ਨਾ ਵੇਖੋ, ਮਾਨਸ ਦੀ ਜਾਤ ਵੇਖੋ ਕਿ ਮਨੁੱਖ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਸਿੱਖੀ ਸਾਧ ਸੰਗਤ ਜੀ, ਤਾਈਆਂ ਹੀ ਜਿਹੜੇ ਸਿਆਣੇ ਲੋਕ ਹੈ ਉਹ ਮਹਾਰਾਜ ਦੀ ਸਿੱਖੀ ਧਾਰਨ ਕਰਦੇ ਆ ਕਿ ਸਾਰੀ ਕਾਇਨਾਤ ਦਾ ਸਾਂਝਾ ਧਰਮ ਹੈ ਸਿੱਖ ਧਰਮ, ਕਿਸੇ ਇੱਕ ਦਾ ਨਹੀਂ ਹੈ, ਇਹ ਸਾਂਝੀਵਾਲਤਾ ਦਾ ਧਰਮ ਹੈ। ਤੋ ਹਜੂਰ ਫਰਮਾਉਂਦੇ ਹਨ, ਨਾ ਕਛ ਪੋਚ ਕੁਮਾਰ, ਨਹੀਂ ਕੋਈ ਜਿਹੜੀ ਆ ਪੋਚ ਊਣਤਾਈ ਉਸ ਘੁਮਿਆਰ ਈਸ਼ਵਰ ਦੇ ਅੰਦਰ ਬਣਾਉਣ ਦੇ ਵਿੱਚ। ਸਭ ਮਹਿ ਸੱਚਾ ਏਕੋ ਸੋਏ, ਸਾਰਿਆਂ ਦੇ ਅੰਦਰ ਇੱਕੋ ਇੱਕ ਸੱਚਾ ਸੋਈ ਉਹ ਮਾਲਕ ਹੀ ਵਰਤ ਰਿਹਾ ਆਪ। ਤਿਸ ਕਾ ਕੀਆ ਸਭ ਕਛ ਹੋਏ, ਕਹਿੰਦੇ ਉਹਦਾ ਹੀ ਕੀਤਾ ਸਾਰਾ ਕੁਝ ਜਿਹੜਾ ਹੋ ਰਿਹਾ, ਉਹਦਾ ਹੁਕਮ ਵਰਤ ਰਿਹਾ ਹੈ। ਹੁਕਮ ਪਛਾਨ ਸੋ ਏਕੋ ਜਾਣਾ, ਜਿਹੜਾ ਹੁਕਮ ਨੂੰ ਪਛਾਣ ਲੈਂਦਾ ਨਾ ਉਹ ਜਾਣ ਲੈਂਦਾ ਕਿ ਇੱਕੋ ਹੀ ਆਪ। ਉਹਨੂੰ ਨਹੀਂ ਕੋਈ ਜਾਪਦਾ ਕੋਈ ਹਿੰਦੂ ਹੈ, ਕੋਈ ਮੁਸਲਮਾਨ ਹੈ, ਉਹਨੂੰ ਕੋਈ ਵੱਖਰਾ ਵੱਖਰਾ ਨਹੀਂ ਭਾਸਦਾ ਹੈ। ਇਉਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਆ ਭਾਈ, ਉਹ ਜਾਣ ਲੈਂਦਾ ਇਸ ਭੇਦ ਨੂੰ, ਸਮਝ ਲੈਂਦਾ ਕਿ ਇੱਕੋ ਇੱਕ ਆਪ ਵਰਤ ਰਿਹਾ ਪਰਮੇਸ਼ਰ। ਬੰਦਾ ਕਹਿਆ ਸੋਏ, ਕਹਿੰਦੇ ਬੰਦਗੀ ਕਰਨ ਨਾਲ, ਇੱਕ ਨੂੰ ਪਛਾਣਨ ਨਾਲ ਹੀ ਉਹਨੂੰ ਭਾਈ ਬੰਦਾ ਕਿਹਾ ਜਾਂਦਾ ਹੈ। ਨਹੀਂ ਤਾਂ ਸਾਧ ਸੰਗਤ ਜੀ ਜੇ ਨਾਮ ਨਾ ਜਪੇ ਤੇ ਗੱਗੇ ਨਾਲ ਹੀ ਕਿਹਾ ਜਾਂਦਾ ਹੈ। ਅੱਲਾਹ ਅਲਖ ਨਾ ਜਾਏ ਲਖਿਆ, ਕਹਿੰਦੇ ਅੱਲਾ ਜਿਹੜਾ ਨਾ ਕਾਜੀ ਸਾਹਿਬ ਉਹ ਅਲਖ ਹੈ, ਗੁਰੂ ਦੇ ਗਿਆਨ ਤੋਂ ਬਿਨਾਂ ਨਹੀਂ ਲਖਿਆ ਜਾਂਦਾ, ਨਹੀਂ ਜਾਣਿਆ ਜਾਂਦਾ। ਗੁਰ ਗੁੜ ਤੇਨਾ ਮਿੱਠਾ, ਜਿਸ ਨੂੰ ਗੁਰੂ ਸਾਹਿਬ ਜੀ ਨੇ ਮਿੱਠਾ ਗੁੜ ਕੀ ਬ੍ਰਹਮ ਗਿਆਨ ਰੂਪੀ ਮਿੱਠਾ ਗੁੜ ਦੇ ਦਿੱਤਾ ਹੈ, ਉਹਨੇ ਹੀ ਜਾਣਿਆ, ਉਹਨੂੰ ਪਤਾ ਲੱਗਾ ਹੈ, ਭੇਦ ਪਤਾ ਲੱਗਾ ਹੈ ਕਿ ਸਾਰਿਆਂ ਦੇ ਅੰਦਰ ਇੱਕੋ ਇੱਕ ਪਰਮੇਸ਼ਰ ਆਪ ਹੀ ਵਰਤ ਰਿਹਾ ਹੈ। ਕਹਿ ਕਬੀਰ ਮੇਰੇ ਸ਼ੰਕਾ ਨਾਸੇ, ਕਬੀਰ ਸਾਹਿਬ ਕਹਿੰਦੇ ਉਹ ਬ੍ਰਹਮ ਗਿਆਨ ਦਾ ਗੁੜ ਭਾਈ ਅਸੀਂ ਖਾ ਲਿਆ, ਤੇ ਇਸ ਕਰਕੇ ਕਬੀਰ ਜੀ ਕਹਿੰਦੇ ਸਾਡੀ ਤਾਂ ਸ਼ੰਕਾ ਨਸ ਗਈ ਹੈ। ਨਾ ਕੋਈ ਹਿੰਦੂ ਨਾ ਮੁਸਲਮਾਨ, ਅੱਲਾਹ ਰਾਮ ਕੇ ਪਿੰਡ ਪੁਰਾਨ। ਕਬੀਰ ਸਾਹਿਬ ਜੀ ਕਹਿੰਦੇ ਸਾਡੇ ਵਾਸਤੇ ਨਾ ਕੋਈ ਹਿੰਦੂ ਹੈ ਨਾ ਕੋਈ ਮੁਸਲਮਾਨ ਹੈ, ਅਸੀਂ ਤਾਂ ਭਾਈ ਸਭ ਨੂੰ ਇੱਕੋ ਹੀ ਜੋਤ ਤੋਂ ਪੈਦਾ ਹੋਇਆ ਸਮਝਦੇ ਹਾਂ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਕਬੀਰ ਸਾਹਿਬ ਜੀ ਕਹਿੰਦੇ ਭਾਈ ਸਾਡਾ ਤਾਂ ਭਰਮ ਜਿਹੜਾ ਸ਼ੰਕਾ ਉਹ ਨਾਸ਼ ਹੋ ਗਈ ਆ। ਸਰਬ ਨਿਰੰਜਨ ਡਿਠਾ, ਸਾਰਿਆਂ ਥਾਵਾਂ ਤੇ ਨਿਰੰਜਨ ਜੋ ਮਾਇਆ ਦੀ ਕਾਲਖ ਤੋਂ ਰਹਿਤ ਹੈ, ਕਬੀਰ ਸਾਹਿਬ ਜੀ ਕਹਿੰਦੇ ਅਸੀਂ ਡੀਠਾ ਹੈ, ਵੇਖ ਲਿਆ ਹੈ, ਉਹਦੇ ਦਰਸ਼ਨ ਕਰਕੇ ਅਸੀਂ ਨਿਹਾਲ ਹੋ ਗਏ ਆ। ਸਾਨੂੰ ਤਾਂ ਭਾਈ ਹਿੰਦੂਆਂ ਵਿੱਚ ਹੀ ਉਹ ਦਿਸਦਾ ਹੈ, ਮੁਸਲਮਾਨਾਂ ਵਿੱਚ ਵੀ ਉਹ ਦਿਸਦਾ ਹੈ। ਇਉਂ ਕਬੀਰ ਸਾਹਿਬ ਨੇ ਇਹ ਸਾਂਝੀਵਾਲਤਾ ਦਾ ਉਪਦੇਸ਼ ਸਾਧ ਸੰਗਤ ਜੀ ਦਿੱਤਾ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਪਵਿੱਤਰ ਬਾਣੀ, ਜਿੰਨਾ ਚਿਰ, ਕਿਉਂਕਿ ਇਹ ਜਿਹੜੇ ਕੋਈ ਧਰਮ ਦੀ ਸੂਝ ਰੱਖਣ ਵਾਲੇ ਆ ਨਾ, ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ 400 ਸਾਲਾ ਸੀਗਾ ਪੰਥ ਨੇ ਮਨਾਇਆ, ਦਿੱਲੀ ਦੀ ਜਾਮਾ ਮਸਜਿਦ ਦੇ ਕਾਜੀ ਨੂੰ ਸਮਾਂ ਦਿੱਤਾ ਗਿਆ ਸੀ ਤੇ ਉਸਨੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਵਾਕ ਕਹੇ ਸੀਗੇ ਕਿ ਕभी ਸਮਾਂ ਆਏਗਾ जब सब दुनिया ख्वार हो करके श्री गुरु ग्रंथ साहब को अपना गुरु मानेगी, तभी विश्व शांति स्थापित हो सकेगी। एक मुसलमान दे कहे हुए वर्ड ने सच्चे पातशाह महाराज जो सब नूं सांझीवालता दा उपदेश दिंदे है, सानू सतगुरु दे सिख होण ते माण होना चाहिदा है। गरीब नवाज सतगुरु रहमत करन, महाराज दा अमृत पवित्र साडा हिरदियां दे अंदर उपदेश वस जावे।
ਸਾਧ ਸੰਗਤ ਜੀ ਅੱਜ ਦੀਪਮਾਲਾ ਦਾ ਪੁਰਬ ਹੈ। ਬਹੁਤ ਉਤਸ਼ਾਹ ਦੇ ਸਹਿਤ ਸੰਗਤਾਂ ਦਰਸ਼ਨ ਕਰ ਰਹੀਆਂ ਸਤਿਗੁਰੂ ਦੇ ਪਾਵਨ ਅਸਥਾਨ ਤੇ ਵਿਸ਼ੇਸ਼ ਕਰਕੇ ਸਤਿਗੁਰੂ ਜੀ ਦੀ ਸਾਨੂੰ ਇਹ ਵੀ ਸਿੱਖਿਆ ਹੈ ਕਿ ਜਿੱਥੇ ਆਪਾਂ ਦੀਵੇ ਜਗਾਉਨੇ ਆ ਸਾਧ ਸੰਗਤ ਜੀ ਉੱਥੇ ਸ਼ਬਦ ਦਾ ਵੀ ਦੀਵਾ ਆਪਣੇ ਅੰਦਰ ਸਿੱਖ ਨੂੰ ਬਾਲਣਾ ਚਾਹੀਦਾ ਹੈ। ਸਹੀ ਖੁਸ਼ੀ ਜਿਸ ਰੂਪ ਵਿੱਚ ਪ੍ਰਗਟ ਹੋਵੇ ਤੇ ਫਿਰ ਸਦਾ ਹੀ ਦੀਵਾਲੀ ਵਰਗਾ ਆਨੰਦ ਤੇ ਸੁੱਖ ਬਣਿਆ ਰਹਿੰਦਾ ਹੈ। ਹਜੂਰ ਦੇ ਪਾਵਨ ਪੁਰਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਗੋਤਾਗੱਦੀ ਪੁਰਬ ਪੰਥਵਾਲੀ ਸਤਿਗੁਰੂ ਜੀ ਦਾ ਸੱਚਖੰਡ ਜਾਣ ਦਾ ਪੁਰਬ ਸਾਧ ਸੰਗਤ ਜੀ ਬਹੁਤ ਭਾਵਨਾ ਨਾਲ ਸਿੱਖ ਸੰਗਤਾਂ ਦੂਰੋਂ ਦਰੇਡਿਓਂ ਮਨਾਉਣ ਵਾਸਤੇ ਪੁੱਜੀਆਂ ਹਨ। ਉਹ ਦਿਹਾੜੇ ਅੱਗੇ ਆ ਰਹੇ ਨੇ, ਆਪ ਦਰਸ਼ਨ ਕਰੋਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ, ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਅੱਲਾਹ ਅਲਖ ਨ ਜਾਏ ਲਖਿਆ, ਗੁਰ ਗੁੜ ਦੇਨਾ ਮਿਠਾ। ਕਹਿ ਕਬੀਰ ਮੇਰੀ ਸ਼ੰਕਾ ਨਾਸੇ, ਸਰਬ ਨਿਰੰਜਨ ਡਿਠਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।